फिर असीं सदा आनंद सदा सुखी हो जाना। सो ये ठीक है जी, किरपा वाहिगुरू दी भी ਆਪਾਂ ਇਹ ਹੁਣ ਅਭਿਆਸ ਕਰਦੇ ਇਹ ਸਿੱਖੀ ਜਾਂਦਾ ਬਸ ਵੀ ਕਿੰਨਾ ਛੇਤੀ ਅਸੀਂ ਇਹ ਸਿੱਖਦੇ ਹਾਂ, ਕਿੰਨੀ ਛੇਤੀ ਅਸੀਂ ਮਰਦੇ ਹਾਂ। ਹਾਂਜੀ, ਹੋਰ ਕੋਈ ਗੁਰਮੁਖ? ਇਹ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ ਕਿ ਜਿਵੇਂ ਦੱਸ ਰਹੇ ਗੁਰਮੁਖ ਵੀ ਅਭਿਆਸ ਕਰਦੇ ਹੋਏ ਮਨ ਇੰਨਾ ਸਹਿਜ ਦੇ ਵਿੱਚ ਵੀ ਜਿਵੇਂ ਆਪਣੇ ਉੱਤੇ ਵਰਖਾ ਹੁੰਦੀ ਹੈ, ਵੀ ਕਣੀਆਂ ਡਿੱਗਦੀਆਂ, ਆਪਾਂ ਅੰਦਰ ਵੀ ਬੈਠੇ ਹੋਵਾਂਗੇ ਅਤੇ ਆਪਾਂ ਨੂੰ ਇਉਂ ਲੱਗੇਗਾ ਵੀ ਆਪਣੇ ਉੱਤੇ ਬੂੰਦਾਂ ਡਿੱਗਦੀਆਂ। ਇਹ ਅਵਸਥਾ ਆਪਣੇ ਮਨ ਦੀ ਹੁੰਦੀ ਹੈ ਜਦੋਂ ਆਪਣਾ ਮਨ ਸਹਿਜ ਦੇ ਵਿੱਚ ਜਾਂਦਾ, ਸਾਡੇ ਜਿਹੜਾ ਸਿਮਰਨ ਰੋਮ ਰੋਮ ਚੱਲ ਪੈਂਦਾ ਹੈ। ਜਦੋਂ ਰੋਮ ਰੋਮ ਅਭਿਆਸ ਚੱਲਦਾ ਹੈ, ਜਿਵੇਂ ਪਹਿਲਾਂ ਆਪਾਂ ਇਹ ਸਾਸ ਵਿਰਾਸ ਪਰਪੱਕ ਕਰਦੇ, ਜਦੋਂ ਇਹ ਪਰਪੱਕ ਹੋ ਜਾਂਦਾ ਫਿਰ ਅੱਗੇ ਸਾਸ ਸਾਸ ਸਿਮਰਨ ਹੁੰਦਾ ਹੈ, ਫਿਰ ਇਸ ਤੋਂ ਅੱਗੇ ਰੋਮ ਰੋਮ ਸਿਮਰਨ ਹੁੰਦਾ ਹੈ। ਸਾਸ ਵਿਰਾਸ ਜਦੋਂ ਪਰਪੱਕ ਹੋ ਗਿਆ, ਜਿਹਨੂੰ ਮਹਾਰਾਜ ਕਹਿੰਦੇ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ, ਵੀ ਆਪਾਂ ਜਦੋਂ ਉੱਠਦੇ ਬਹਿੰਦੇ ਸਾਸ ਗਿਰਾਸ ਕਰਦੇ ਹਾਂ, ਫਿਰ ਇਸ ਤੋਂ ਅਗਲੀ ਸਟੇਜ ਸਾਸ ਸਾਸ ਹੈ, ਜੋ ਮਹਾਰਾਜ ਫਰਮਾਉਂਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ, ਵੀ ਇਹ ਜਿਹੜਾ ਸਾਸ ਗਿਰਾਸ ਆਪਾਂ ਸਵਾਸ ਅੰਦਰ ਜਾਂਦਾ, ਵਾਹੇ ਬਾਹਰ ਆਉਂਦਾ, ਗੁਰੂ ਬੋਲਦੇ ਸਾਸ ਸਾਸ ਦੇ ਵਿੱਚ ਫਿਰ ਆਪਾਂ ਵਾਹੇ ਜਿਹੜਾ ਉਹ ਰੋਕ ਕੇ ਫਿਰ ਆਪਾਂ ਇਕੱਲਾ ਗੁਰੂ ਬੋਲਦੇ ਅਤੇ ਉਹਨੂੰ ਸਾਸ ਸਾਸ ਕਹਿੰਦੇ। ਜਦੋਂ ਆਪਾਂ ਇਸ ਤਰ੍ਹਾਂ ਕਰਦੇ ਗੁਰੂ 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 ਗੁਰੂ, ਇਹਨੂੰ ਸਾਸ ਸਾਸ ਕਹਿੰਦੇ। ਅਤੇ ਜਦੋਂ ਇਹ ਕਰਦੇ ਹਾਂ, ਮਹਾਰਾਜ ਨੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ, ਵੀ ਸਾਡੇ ਮਨ ਦੀ ਚਿੰਤਾ ਫਿਕਰ ਸਭ ਖਤਮ ਹੋ ਜਾਂਦੇ। ਫਿਰ ਇਸ ਤੋਂ ਅਗਲੀ ਸਟੇਜ ਹੈ ਰੋਮ ਰੋਮ ਸਿਮਰਨ। ਜਿਹੜੇ ਗੁਰਮੁਖ ਰੋਮ ਰੋਮ ਤੇ ਆਉਂਦੇ, ਗੁਰਮੁਖ ਰੋਮ ਰੋਮ ਹਰਿ ਧਿਆਏ, ਜਦੋਂ ਰੋਮ ਰੋਮ ਆਪਣੇ ਸਿਮਰਨ ਚੱਲ ਪੈਂਦਾ, ਆਪਾਂ ਕਿਤੇ ਵੀ ਇਸ ਤਰ੍ਹਾਂ ਜਿਵੇਂ ਆਪਾਂ ਆਏਂ ਜੋੜ ਲਏ ਹਾਂ ਹੱਥ ਉਂਗਲਾਂ, ਉਹ ਆਪਣੇ ਪੋਟਿਆਂ 'ਚੋਂ ਵੀ ਐਂ ਚੱਲਣਾ ਸ਼ੁਰੂ ਹੋ ਜਾਏਗਾ ਵਾਹਿਗੁਰੂ ਵਾਹਿਗੁਰੂ, ਅਤੇ ਹਰੇਕ ਚੀਜ਼ ਨਾਲ ਆਪਣੀ ਸੁਰਤੀ ਜੁੜਨੀ ਸ਼ੁਰੂ ਹੋ ਜਾਂਦੀ। ਜਿਵੇਂ ਕੋਈ ਵੀ ਆਵਾਜ਼ ਆ ਰਹੀ, ਆਪਾਂ ਨੂੰ ਲੱਗੇ ਵਾਹਿਗੁਰੂ ਵਾਹਿਗੁਰੂ ਕੀਤੀ ਜਾਂਦੀ, ਪੱਖਾ ਚੱਲ ਰਿਹਾ, ਆਪਾਂ ਨੂੰ ਲੱਗਿਆ ਵੀ ਵਾਹਿਗੁਰੂ ਵਾਹਿਗੁਰੂ ਕਰਦਾ। ਅਤੇ ਕੋਈ ਵੀ ਚੀਜ਼ ਹੈ ਜਿਹੜੀ ਉਹਦੇ ਨਾਲ ਸਾਡੀ ਸੁਰਤੀ ਜੁੜ ਜਾਂਦੀ, ਅਤੇ ਉਹਨੂੰ ਕਹਿੰਦੇ ਵੀ ਇਹਨਾਂ ਦਾ ਰੋਮ ਰੋਮ ਸਿਮਰਨ ਚੱਲ ਪਿਆ। ਜਦੋਂ ਰੋਮ ਰੋਮ ਸਿਮਰਨ ਚੱਲ ਪੈਂਦਾ, ਫਿਰ ਉਹਦੇ ਨਾਲ ਹੀ ਫਿਰ ਉਹ ਵਰਖਾ ਹੋਣੀ ਸ਼ੁਰੂ ਹੋ ਜਾਂਦੀ। ਅਤੇ ਆਪਣੇ ਉਹ ਜਦੋਂ ਵਰਖਾ ਹੁੰਦੀ, ਜਿੱਥੇ ਆਪਣੇ ਸਰੀਰ 'ਤੇ ਪੈਂਦੀ, ਉੱਥੋਂ ਆਪਣਾ ਸਰੀਰ ਐਂ ਠੰਡਾ ਠਾਰ ਹੋ ਜਾਂਦਾ। ਅਤੇ ਉਹ ਜਿਹੜੀ ਅਵਸਥਾ ਹੁੰਦੀ, ਫਿਰ ਉਹਨੂੰ ਮਹਾਰਾਜ ਗੁਰਬਾਣੀ 'ਚ ਫਿਰ ਆਪਾਂ ਨੂੰ ਦੱਸਦੇ ਵੀ ਉਹ ਸਹਿਜ ਅਵਸਥਾ, ਸਹਿਜ ਦੇ ਵਿੱਚ ਆਪਣਾ ਮਨ ਚਲਾ ਗਿਆ ਅਤੇ ਉਹ ਅੰਮ੍ਰਿਤ ਦੀ ਵਰਖਾ ਹੋਣੀ ਸ਼ੁਰੂ ਹੋ ਗਈ, ਜਿਹਨੂੰ ਮਹਾਰਾਜ ਕਹਿੰਦੇ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ, ਮਨ ਦੀ ਵੇ ਸੁਣ ਸ਼ਬਦ ਵਿਚਾਰਾ। ਉਹ ਜਿੰਨਾ ਮਨ ਸਾਡਾ ਸਹਿਜ ਦੇ ਵਿੱਚ ਰਹਿੰਦਾ, ਉਹ ਅਵਸਥਾ ਬਣੀ ਰਹਿੰਦੀ ਸਾਡੀ। ਪਰ ਕਈ ਵਾਰ ਫਿਰ ਉਹ ਸਾਡਾ ਮਨ ਦੇ ਵਿਚਾਰਾਂ 'ਚ ਆ ਜਾਂਦਾ, ਹੁਰਨੀਆਂ 'ਚ ਆ ਜਾਂਦਾ, ਉਹ ਫਿਰ ਆਪਾਂ ਨੂੰ ਲੱਗਦਾ ਵੀ ਫਿਰ ਉਹ ਘੱਟ ਗਿਆ, ਪਰ ਉਹ ਘੱਟਦਾ ਨਹੀਂ ਹੈ। ਅੰਮ੍ਰਿਤ ਤਾਂ ਸਦਾ ਵਰਖ ਹੀ ਰਿਹਾ, ਉਹਦੀ ਤਾਂ ਵਰਖਾ ਸਦਾ ਹੁੰਦੀ ਹੀ ਰਹਿੰਦੀ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਸਦਾ ਵਰਸਦਾ ਬੂਝੇ ਬੂਝਣ ਹਾਰ, ਵੀ ਅੰਮ੍ਰਿਤ ਦੀ ਵਰਖਾ ਤਾਂ ਲਗਾਤਾਰ ਹੋਈ ਜਾ ਰਹੀ ਹੈ ਸਾਡੇ ਅੰਦਰ ਵੀ ਅਤੇ ਬਾਹਰ ਬ੍ਰਹਿਮੰਡ ਦੇ ਵਿੱਚ ਵੀ, ਪਰ ਉਹ ਮਹਿਸੂਸ ਸਾਨੂੰ ਤਾਂ ਹੀ ਹੋਏਗਾ ਜਦੋਂ ਸਾਡਾ ਮਨ ਸਹਿਜ ਵਿੱਚ ਹੋਏਗਾ। ਜਦੋਂ ਮਨ ਸਹਿਜ 'ਚ ਹੋਏਗਾ, ਫਿਰ ਉਹ ਬੁੱਝੇਗਾ, ਫਿਰ ਉਹ ਸਮਝੇਗਾ। ਜਦੋਂ ਸਹਿਜ ਤੋਂ ਬਾਹਰ ਆ ਜਾਂਦਾ, ਫਿਰ ਸਾਨੂੰ ਭੇਤ ਨਹੀਂ ਆਉਂਦਾ, ਫਿਰ ਸਾਨੂੰ ਪਤਾ ਨਹੀਂ ਲੱਗਦਾ। ਸੋ ਮਹਾਰਾਜ ਦੀ ਕਿਰਪਾ ਹੈ ਕਿ ਇਹ
ਅਵਸਥਾ ਬਹੁਤ ਕਿਰਪਾ ਮਾਲਕ ਦੀ, ਪਰ ਆਪਾਂ ਹੁਣ ਕੋਸ਼ਿਸ਼ ਕਰੀਏ ਵੀ ਅਭਿਆਸ ਕਰਦੇ ਰਹੀਏ ਅਤੇ ਮਨ ਸਾਡਾ ਸਹਿਜ ਦੇ ਵਿੱਚ ਰਹੇ, ਅਤੇ ਇਸ ਅਵਸਥਾ 'ਚ ਆਪਾਂ ਸੰਸਾਰ ਦੀਆਂ ਬਹੁਤੀਆਂ ਵਿਚਾਰਾਂ ਨਹੀਂ ਕਰਨੀਆਂ ਬਈ ਸੰਸਾਰ 'ਚ ਕੀ ਹੋ ਰਿਹਾ, ਕੌਣ ਕੀ ਕਰ ਰਿਹਾ, ਇਹਦੇ ਨਾਲ ਆਪਾਂ ਬਹੁਤਾ ਮਤਲਬ ਨਹੀਂ ਰੱਖਣਾ। ਚਾਹੇ ਸਾਡਾ ਕੋਈ ਪਰਿਵਾਰ ਦਾ ਮੈਂਬਰ ਹੈ, ਕੋਈ ਸੰਗੀ, ਜੋ ਕਰਦੇ ਉਹਨਾਂ ਨੂੰ ਕਰੀ ਚੱਲਦੇ। ਆਪਾਂ ਆਪਦਾ ਜਿਹੜਾ ਅਭਿਆਸ ਉਹ ਆਪਾਂ ਜਾਰੀ ਰੱਖਣਾ ਹੁੰਦਾ, ਆਪਾਂ ਆਪਦਾ ਸਹਿਜ ਨਹੀਂ ਛੱਡਣਾ ਵੀ ਆਪਾਂ ਜਿਹੜਾ ਆਪਦਾ ਗੁਣ ਹੈ ਉਹ ਗੁਣ ਨਹੀਂ ਗਵਾਉਣਾ, ਕਿਉਂਕਿ ਇਹਦੇ ਵਿੱਚ ਕਈ ਵਾਰ ਬਈ ਹੋਰ ਜੀਵ ਆਪਣੀ ਨਿੰਦਿਆ ਵੀ ਕਰਨ ਲੱਗ ਜਾਂਦੇ, ਜਾਂ ਆਪਾਂ ਨੂੰ ਕੋਈ ਮਾੜਾ ਸ਼ਬਦ ਵੀ ਕਹਿੰਦੇ, ਕਿਉਂਕਿ ਖੇਲ ਹੈ ਸੰਸਾਰ ਦਾ। ਇਹਨਾਂ ਪੰਜਾਂ ਨੇ ਚਾਹੁੰਦਾ ਹੁੰਦਾ ਵੀ ਇਹ ਸਹਿਜ ਤੋਂ ਬਾਹਰ ਹੋ, ਵੀ ਤਾਂ ਕਿ ਇਹ ਸਾਡੇ ਨਾਲ ਆ ਕੇ ਇੱਧਰ ਖੇਡਣ, ਵੀ ਇਹ ਨਹੀਂ ਚਾਹੁੰਦੇ ਵੀ ਇਹ ਘਰ ਦੇ ਵਿੱਚ ਜਾਣ। ਇਹਨਾਂ ਨੇ ਆਪਾਂ ਨੂੰ ਹਰਾਉਣਾ ਹੈ, ਜੀਵਨ ਦੀ ਬਾਜੀ ਨੂੰ ਹਰਾਉਣਾ ਚਾਹੁੰਦੇ ਨੇ। ਸੋ ਇਸ ਵਾਸਤੇ ਫਿਰ ਇਹਨਾਂ ਨੇ ਕਿਵੇਂ ਨਾ ਕਿਵੇਂ ਸਾਡੇ ਮਨ ਨੂੰ ਸਹਿਜ ਦੇ ਵਿੱਚੋਂ ਬਾਹਰ ਲੈ ਕੇ ਆਉਣਾ, ਵੀ ਤਾਂ ਕਿ ਇਹ ਸਾਡੇ ਨਾਲ ਆ ਕੇ ਇੱਧਰ ਖੇਡਣ, ਵੀ ਘਰੇ ਨਾ ਜਾਣ, ਇੱਧਰ ਹੀ ਖੇਡੀ ਜਾਣ ਸਾਡੇ ਨਾਲ। ਅਤੇ ਉਹਦੇ ਵਾਸਤੇ ਫਿਰ ਸਾਰਿਆਂ ਦੇ ਅੰਦਰ ਬੈਠੇ ਨੇ, ਸਾਡੇ ਚਾਹੇ ਪਰਿਵਾਰ ਦੇ ਮੈਂਬਰ ਨੇ, ਸਾਡੇ ਮਾਂ ਪਿਓ ਨੇ, ਭੈਣ ਭਰਾ ਨੇ, ਧੀਆਂ ਪੁੱਤਰ ਨੇ, ਸਭ ਦੇ ਅੰਦਰ ਬੈਠੇ। ਫਿਰ ਉਹਨਾਂ ਦੇ ਮੁੱਖ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕੀ ਬੁਲਾਉਣਾ ਉਹਨਾਂ ਨੂੰ। ਜਦੋਂ ਉਹਨਾਂ ਤੋਂ ਬੁਲਾਉਣਾ ਇਸ ਵਾਸਤੇ ਬਈ ਅੱਗਿਓਂ ਇਹ ਵੀ ਬੋਲਣਾ ਸ਼ੁਰੂ ਕਰਨ ਵੀ ਇਹ ਸਹਿਜ ਤੋਂ ਬਾਹਰ ਆਉਣ ਅਤੇ ਬੋਲਣ ਅਤੇ ਸਾਡੇ ਨਾਲ ਖੇਡਣ। ਅਤੇ ਉੱਥੇ ਫਿਰ ਸਾਨੂੰ ਗਿਆਨ ਦੀ ਲੋੜ ਹੁੰਦੀ, ਗੁਰੂ ਦੀ ਮੱਤ ਦੁਆਰਾ ਚੱਲਣਾ ਹੁੰਦਾ ਵੀ ਅਸੀਂ ਇੱਥੇ ਬਹੁਤਾ ਬੋਲਣਾ ਨਹੀਂ। ਤਾਈਓ ਮਾਰੇ ਕਹਿੰਦੇ ਵੀ ਭਗਤਾਂ ਦੀ ਜਿਹੜੀ ਚਾਲ ਉਹ ਵੱਖਰੀ ਹੁੰਦੀ ਸੰਸਾਰ ਦੇ ਨਾਲੋਂ, ਵੀ ਉਹ ਬਹੁਤਾ ਬੋਲਦੇ ਨਹੀਂ। ਕਾਹਤੋਂ ਨਹੀਂ ਬੋਲਦੇ? ਕਿਉਂਕਿ ਉਹਨਾਂ ਦੀ ਅਵਸਥਾ ਹੁੰਦੀ, ਉਹ ਸਹਿਜ ਦੇ ਵਿੱਚ ਰਹਿੰਦੇ। ਉਹਨਾਂ ਨੂੰ ਪਤਾ ਜੇ ਜ਼ਿਆਦਾ ਬੋਲਾਂਗੇ ਸਹਿਜ ਤੋਂ ਬਾਹਰ ਆ ਜਾਵਾਂਗੇ। ਜਦੋਂ ਬਾਹਰ ਆਵਾਂਗੇ ਇਹਨਾਂ ਨੇ ਆਪਦਾ ਖੇਲ ਸ਼ੁਰੂ ਕਰ ਦੇਣਾ ਵਿਚਾਰਾਂ ਦਾ। ਤਾਂ ਮਾਰੇ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਬਈ ਉਹ ਬਹੁਤਾ ਨਹੀਂ ਬੋਲਦੇ, ਕਿਉਂਕਿ ਇਹ ਸੰਸਾਰ ਦੀਆਂ ਵਿਚਾਰਾਂ ਨੇ, ਇਹ ਖੇਲ ਹੈ। ਅਤੇ ਇਸ ਕਰਕੇ ਜੇ ਕੋਈ ਆਪਾਂ ਨੂੰ ਬੁਲਾਉਂਦਾ ਵੀ ਆਪਾਂ ਓਨੀ ਵੀ ਗੱਲ ਕਰਨੀ ਵੀ ਜਿੰਨੀ ਸਾਡੇ ਮਤਲਬ ਦੀ, ਅਤੇ ਨਹੀਂ ਆਪਾਂ ਬਹੁਤਾ ਨਹੀਂ ਬੋਲਣਾ, ਬਹੁਤੀਆਂ ਵਿਚਾਰਾਂ 'ਚ ਨਹੀਂ ਪੈਣਾ। ਤਾਈਓ ਮਾਰੇ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਬਈ ਜੇ ਕੋਈ ਆਪਣੀ ਨਿੰਦਿਆ ਵੀ ਕਰਦਾ, ਜੇ ਕੋਈ ਆਪਾਂ ਨੂੰ ਕੋਈ ਐਸੇ ਬੋਲਦਾ ਵੀ, ਆਪਾਂ ਆਪਦਾ ਗੁਣ ਨਹੀਂ ਛੱਡਣਾ ਸਹਿਜ ਵਾਲਾ। ਆਪਾਂ ਸਹਿਜ ਤੋਂ ਬਾਹਰ ਆ ਕੇ ਉਹਨੂੰ ਨਹੀਂ ਬੋਲਣਾ ਸ਼ੁਰੂ ਕਰ ਦੇਣਾ। ਜਦੋਂ ਆਪਾਂ ਬੋਲਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਇਹ ਸਾਡੀ ਅਵਸਥਾ ਜਿਹੜੀ ਫਿਰ ਉਹ ਨਹੀਂ ਰਹਿੰਦੀ। ਫਿਰ ਅਸੀਂ ਸਹਿਜ ਤੋਂ ਸਮਝ ਲਓ ਬਾਹਰ ਆ ਗਏ। ਜਦੋਂ ਬਾਹਰ ਆ ਗਏ ਫਿਰ ਸਾਨੂੰ ਉਹ ਅਵਸਥਾ 'ਚ ਜਾਣ ਵਾਸਤੇ ਫਿਰ ਸਾਨੂੰ ਮਿਹਨਤ ਕਰਨੀ ਪੈਂਦੀ ਬਹੁਤ। ਇਸ ਵਾਸਤੇ ਫਿਰ ਇਹ ਆਪਾਂ ਨੂੰ ਸਤਿਗੁਰੂ ਨਾਲ ਸੋਝੀ ਦਿੰਦੇ, ਨਾਲ ਗਿਆਨ ਦਿੰਦੇ, ਭੇਜ ਦਿੰਦੇ ਵੀ ਆਪਾਂ ਆਪਦਾ ਜਿਹੜਾ ਗੁਣ ਉਹ ਛੱਡਣਾ ਨਹੀਂ, ਆਪਾਂ ਸਹਿਜ ਦੇ ਵਿੱਚ ਰਹਿਣਾ। ਜਿੰਨਾ ਅਸੀਂ ਸਹਿਜ ਚੱਲਾਂਗੇ ਸਹਿਜ ਮਾਰਗ, ਅਤੇ ਜਿੰਨਾ ਆਪਾਂ ਸਹਿਜ ਵਿੱਚ ਚੱਲਾਂਗੇ, ਜਿੰਨਾ ਆਪਾਂ ਸੰਸਾਰ ਦੀਆਂ ਵਿਚਾਰਾਂ ਘੱਟ ਕਰਾਂਗੇ, ਓਨਾ ਹੀ ਆਪਣੇ ਵਾਸਤੇ ਚੰਗਾ ਹੈ। ਅਤੇ ਓਨਾ ਹੀ ਸਾਡਾ ਮਨ ਸੁਖੀ ਰਹੇਗਾ, ਓਨਾ ਹੀ ਆਨੰਦ ਅਵਸਥਾ 'ਚ ਰਹੇਗਾ, ਅਤੇ ਓਨਾ ਹੀ ਅਸੀਂ ਉਹ ਜਿਹੜੀ ਅੰਮ੍ਰਿਤ ਦੀ ਵਰਖਾ ਹੋ ਰਹੀ ਉਹਦਾ ਆਨੰਦ ਮਾਣਾਂਗੇ, ਉਹਦਾ ਸੁੱਖ ਮਾਣਾਂਗੇ। ਉਹ ਇਹ ਫਿਰ ਬਹੁਤ ਮਹਾਰਾਜ ਦੀ ਕਿਰਪਾ ਹੈ ਜੀ। ਪਰ ਨਾਲ ਇਹ ਆਪਾਂ ਹੁਣ ਖਿਆਲ ਰੱਖਣਾ ਵੀ ਸਾਡਾ ਮਨ ਬਹੁਤਾ ਇੱਧਰ ਸੰਸਾਰੀ ਵਿਚਾਰਾਂ 'ਚ ਨਾ ਜਾਵੇ। ਜਦੋਂ ਘਟਦੀ ਅਵਸਥਾ ਉਦੋਂ ਹੀ ਘਟਣੀ ਹੈ ਜਦੋਂ ਆਪਾਂ ਵਿਚਾਰਾਂ 'ਚ ਪਏ। ਅਤੇ ਉਹ ਫਿਰ ਇਹਨਾਂ ਦਾ ਖੇਲ ਹੈ। ਜਿਹਦਾ ਆਪਾਂ ਇਹ ਸਮਝਦੇ ਵੀ ਅਸੀਂ ਫਿੱਕਾ ਨਹੀਂ ਬੋਲਣਾ, ਮਾੜਾ ਨਹੀਂ ਬੋਲਣਾ, ਆਪਾਂ ਇਹ ਚੀਜ਼ 'ਤੇ ਕੰਟਰੋਲ ਕਰ ਲਿਆ, ਅਤੇ ਫਿਰ ਇਹ ਜਿਹੜਾ ਭੇਸ ਵਰਤਾ ਲੈਂਦੇ ਪੰਜ। ਪਹਿਲਾਂ ਫਿੱਕਾ ਬੋਲਦੇ, ਜੇ ਅਸੀਂ ਨਹੀਂ ਬੋਲਦੇ ਅੱਗੇ ਫਿਰ ਇਹ ਉਲਟਾ ਰੋਣਾ ਸ਼ੁਰੂ ਕਰ ਦਿੰਦੇ
ਵੀ ਤਾਂ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਵਾਪਸ ਲੈ ਕੇ ਆਈਏ, ਹਰਾਈਏ। ਇਹ ਜਿੱਤ ਕਾਹਤੋਂ ਗਈ? ਜਿਵੇਂ ਭਗਤਾਂ ਦੇ ਨਾਲ ਇਸੇ ਤਰ੍ਹਾਂ ਹੀ ਹੋਇਆ ਤੇ ਉਹਨਾਂ ਨੇ ਫਿਰ ਉਵੇਂ ਹੀ ਦੱਸਿਆ ਗੁਰਬਾਣੀ 'ਚ। ਜਿਵੇਂ ਬਾਬਾ ਕਬੀਰ ਜੀ ਜਦੋਂ ਉਹਨਾਂ ਦੀ ਅਵਸਥਾ ਬਣੀ ਤੇ ਉਹਨਾਂ ਦੇ ਮਾਤਾ ਪਹਿਲਾਂ ਤਾਂ ਉਹਨਾਂ ਦੇ ਖਿਲਾਫ ਹੋ ਗਏ, ਉਹਨਾਂ ਨੂੰ ਫਿੱਕੇ ਬੋਲ ਬੋਲਦੇ, ਮਾੜੇ ਬੋਲ ਬੋਲਦੇ, ਬਈ ਇਹ ਜਿੱਦਾਂ ਦਾ ਰਾਮ ਰਾਮ ਕਰਨ ਲੱਗਿਆ ਵੀ ਉੱਦਾਂ ਦਾ ਸਾਡੇ ਘਰ ਦਾ ਚੈਨ ਹੀ ਚਲਾ ਗਿਆ, ਸਾਡਾ ਸੁੱਖ ਹੀ ਚਲਾ ਗਿਆ, ਵੀ ਇਹੋ ਜਿਹਾ ਮਰ ਕਿਉਂ ਨਹੀਂ ਜਾਂਦਾ। ਉਹ ਫਿਰ ਉਵੇਂ ਹੀ ਉਹਨਾਂ ਨੇ ਦੱਸਿਆ ਗੁਰਬਾਣੀ 'ਚ, ਨਿਤ ਉੱਠ ਕੌੜੀ ਗਾਗਰ ਆਨੇ ਲੀਵਤ ਜੀਓਗੇ, ਤਾਨਾ ਬਾਨਾ ਕਛੇ ਨਾ ਸੂਝੇ, ਹਰ ਹਰ ਰਸ ਲਵਟਿਓ, ਹਮਾਰੀ ਕੁਲ में कोई ने राम के हो, जब की माला लई न पुते, तब ते सुख न पियो। सुनो जठानी सुनो दरानी, चढ़ जेक पियो, साध सूते मुंडिया, कोई मुंडिया क्यों ना मोयो। ਹੁਣ ਉਹਨਾਂ ਨੂੰ ਫਿੱਕੇ ਬੋਲ ਬੋਲਦੇ ਵੀ ਇਹ ਮਰ ਕਿਉਂ ਨਹੀਂ ਜਾਂਦਾ, ਨੇ ਤਾਣਾ ਬਾਣਾ ਵੀ ਛੱਡ ਦਿੱਤਾ, ਸਾਰਾ ਕੁਛ ਹੀ ਤਾਂ ਰਾਮ ਰਾਮ ਹੀ ਕਰਦਾ ਰਹਿੰਦਾ ਹੈ। ਹੁਣ ਉਹਨਾਂ ਨੂੰ ਪਤਾ ਹੈ ਵੀ ਮਨ ਸੁੱਤਾ ਪਿਆ, ਬੋਲਦੇ ਤਾਂ ਪੰਜ ਹੀ ਤੇ ਉਹ ਨਹੀਂ ਖਿਆਲ ਕਰਦੇ, ਨਹੀਂ ਅੱਗੇ ਬੋਲਦੇ, ਤੇ ਫਿਰ ਉਹ ਆਪਦਾ ਜਿਹੜਾ ਰੋਲ ਬਦਲਾ ਲੈਂਦੇ, ਫਿਰ ਉਹ ਰੋਣਾ ਸ਼ੁਰੂ ਕਰ ਦਿੰਦੇ ਵੀ ਇਸ ਤਰ੍ਹਾਂ ਤਾਂ ਹੁਣ ਇਹ ਮੁੜਦੇ ਨਹੀਂ ਹੈ, ਸਾਡੀ ਚਾਲ ਨੂੰ ਸਮਝ ਗਏ। ਫਿਰ ਉਹ ਰੋਣ ਲੱਗ ਜਾਂਦੇ, ਫਿਰ ਉਹ ਰੋ ਕੇ ਸਾਨੂੰ ਉੱਥੋਂ ਵਾਪਸ ਲਿਆਉਣਾ ਚਾਹੁੰਦੇ, ਇੱਧਰ ਮਾਇਆ ਦੇ ਨਾਲ ਸਾਡਾ ਮੋਹ ਪਾਉਣਾ ਪਾਉਂਦੇ, ਮਾਇਆ ਦੇ ਨਾਲ ਪਿਆਰ ਪਾਉਣਾ ਚਾਹੁੰਦੇ, ਵੀ ਤਾਂ ਕਿ ਉੱਧਰ ਸੁਣਨ ਦੇ ਵਿੱਚ ਸਹਿਜ ਦੇ ਵਿੱਚ ਨਾ ਇਹਨਾਂ ਦਾ ਪਿਆਰ ਪਵੇ, ਇੱਧਰ ਮਾਇਆ ਦੇ ਨਾਲ ਹੀ ਪਿਆਰ ਪਿਆ ਰਵੇ ਸਾਡੇ ਨਾਲ। ਫਿਰ ਇਹ ਰੋਣਾ ਸ਼ੁਰੂ ਕਰ ਦੇਣਗੇ, ਫਿਰ ਕਹਿਣਗੇ ਸਾਡੇ ਨਾਲ ਤਾਂ ਤੁਹਾਡਾ ਪਿਆਰ ਹੀ ਨਹੀਂ, ਚਾਹੇ ਉਹ ਸਾਡੇ ਮਾਂ ਪਿਓ ਦੇ ਰੂਪ 'ਚ ਅੰਦਰ ਬੈਠੇ ਨੇ, ਚਾਹੇ ਭੈਣ ਭਰਾਵਾਂ ਦੇ, ਚਾਹੇ ਧੀਆਂ ਪੁੱਤਰਾਂ ਦੇ, ਤੁਸੀਂ ਤਾਂ ਸਾਡੀ ਪਰਵਾਹ ਹੀ ਨਹੀਂ ਕਰਦੇ, ਤੁਹਾਡਾ ਤਾਂ ਸਾਡੇ ਨਾਲ ਪਿਆਰ ਹੀ ਹੈ ਨਹੀਂ, ਤੁਸੀਂ ਤਾਂ ਆਪਦਾ ਹੀ ਲੱਗੇ ਰਹਿੰਦੇ, ਸਾਡੇ ਨਾਲ ਗੱਲਾਂ ਨਹੀਂ ਕਰਦੇ। ਉਹ ਫਿਰ ਰੋਣਾ ਸ਼ੁਰੂ ਕਰ ਦਿੰਦੇ, ਜਿਵੇਂ ਉਹਨਾਂ ਦੇ ਮਾਤਾ ਜੀ ਫਿਰ ਰੋਣ ਲੱਗ ਗਏ, ਕਹਿੰਦੇ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਦੀਵੇ ਰਘੁਰਾਈ, ਤਾਨਾ ਬਾਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉਹ ਫਿਰ ਉਹਨਾਂ ਨੂੰ ਉਹ ਚਿੰਤਾ ਲਾਉਣੀ ਚਾਹੁੰਦੇ ਫਿਕਰ, ਵੀ ਤੁਸੀਂ ਤਾਂ ਹੁਣ ਆਪਦਾ ਘਰੇ ਬੈਠੇ ਰਹਿੰਦੇ ਹੋ, ਸਹਿਜ ਦੇ ਵਿੱਚ ਤੁਸੀਂ ਤਾਂ ਆਪਦਾ ਸਿਮਰਨ ਕਰਦੇ ਰਹੇ, ਤੁਹਾਡੇ ਬੱਚੇ ਕਿਵੇਂ ਪੜ੍ਹਨਗੇ, ਕੀ ਖਾਣ ਪੀਣਗੇ, ਉਹ ਮਤਲਬ ਇਹ ਵੀ ਫਿਕਰ ਚਿੰਤਾ ਵੀ ਤਾਂ ਕਿ ਇਹਨਾਂ ਦੀ ਚਿੰਤਾ ਕਰਨ, ਉੱਧਰੋਂ ਵਾਪਸ ਆ ਜਾਣ ਸੋਚ ਵੀ ਇਹਨਾਂ ਨੇ ਕਿਵੇਂ ਨਾ ਕਿਵੇਂ ਸਾਡੀ ਸੋਚ ਬਦਲਣੀ, ਵੀ ਸਾਡਾ ਧਿਆਨ ਹੈ ਜਿਹੜਾ ਇੱਧਰ ਮਾਇਆ ਵੱਲ ਲਾਉਣਾ, ਵੀ ਉੱਧਰ ਮਾਲਕ ਵੱਲ ਨਾ ਲੱਗੇ, ਵੀ ਇੱਧਰ ਕਿਵੇਂ ਨਾ ਕਿਵੇਂ ਚਾਹੇ ਲੜ ਕੇ ਵੈਰ ਵਿਰੋਧ ਕਰਕੇ ਫਿੱਕਾ ਬੋਲ ਕੇ ਤਾਂ ਇੱਧਰ ਆ ਜਾਣ, ਜੇ ਨਹੀਂ ਫਿੱਕਾ ਬੋਲਣ ਨਾਲ ਆਉਂਦੇ ਪਿਆਰ ਦੇ ਨਾਲ ਵੀ ਰੋ ਕੇ ਮੋਹ ਦੇ ਵਿੱਚ ਪਾ ਕੇ ਤਾਂ ਇਹਨਾਂ ਦਾ ਧਿਆਨ ਇੱਧਰ ਆ ਜਾਏ। ਵੀ ਕਿਵੇਂ ਨਾ ਕਿਵੇਂ ਇਹਨਾਂ ਨੇ ਸਾਨੂੰ ਬਾਜੀ ਨੂੰ ਹਰਾਉਣ ਵਾਸਤੇ ਜੀਵਨ ਦੀ ਇਹਨਾਂ ਨੇ ਆਪਦਾ ਜਿਹੜਾ ਖੇਲ ਉਹ ਕੀਤੀ ਜਾਂਦਾ, ਤੇ ਆਪਾਂ ਨੂੰ ਸਤਿਗੁਰੂ ਫਿਰ ਇਹ ਸਮਝਾਉਂਦੇ ਵੀ ਆਪਾਂ ਇਹਨਾਂ ਦੀ ਚਾਲ ਨੂੰ ਸਮਝ ਕੇ, ਇਹ ਖੇਲ ਨੂੰ ਸਮਝ ਕੇ ਆਪਾਂ ਉਹਦਾ ਸਹੀ ਦੇ ਵਿੱਚ ਰਹਿਣਾ, ਅਸੀਂ ਸਹੀ ਤੋਂ ਬਾਹਰ ਨਹੀਂ, ਆਪਾਂ ਸਹੀ ਤੋਂ ਬਾਹਰ ਆਏ ਨਹੀਂ, ਤੇ ਇਹਨਾਂ ਨੇ ਆਪਦਾ ਖੇਲ ਸ਼ੁਰੂ ਕੀਤਾ, ਇਹਨਾਂ ਨੇ ਸਾਨੂੰ ਦਿਖਾਇਆ। ਉਹ ਇਸ ਵਾਸਤੇ ਫਿਰ ਨਾਲ ਨਾਲ ਆਪਾਂ ਇਹ ਗਿਆਨ ਗੁਰੂ ਦੀ ਮੱਤ ਲੈ ਕੇ ਮਨ ਨੂੰ ਸਮਝਾਉਂਦੇ ਰਹਿਣਾ, ਵੀ ਤਾਂ ਕਿ ਮਨ ਸਾਡਾ ਘਰ ਹੀ ਬੈਠਾ ਰਵੇ, ਇਹ ਘਰ ਤੋਂ ਬਾਹਰ ਆਵੇ ਨਾ, ਓਨਾ ਕੁ ਆਵੇ, ਓਨੀ ਕੁ ਵਿਚਾਰ ਕਰੇ ਵੀ ਜਿੰਨੀ ਕੁ ਸਾਨੂੰ ਜ਼ਰੂਰਤ ਹੈ, ਜਿੰਨੀ ਕੁ ਸਾਨੂੰ ਲੋੜ ਹੈ, ਬਹੁਤੀਆਂ ਵਿਚਾਰਾਂ 'ਚ ਨਹੀਂ ਆਪਾਂ ਪੈਣਾ। ਜਦੋਂ ਨਹੀਂ ਪਾਵਾਂਗੇ ਤੇ ਫਿਰ ਇਹ ਸਾਡੀ ਅਵਸਥਾ ਮਹਾਰਾਜ ਦੀ ਕਿਰਪਾ ਨਾਲ ਬਣੀ ਜਾਏਗੀ। ਹਾਂਜੀ, ਹੋਰ ਕੋਈ ਗੱਲ ਨਹੀਂ। ਜੀ ਗੁਰਮੁਖ ਕਹਿ ਰਹੇ ਜੀ ਕਦੇ ਕਦੇ ਤਾਂ ਮਨ ਨੂੰ ਬਹੁਤ ਵਿਰਾਗ ਆਉਂਦਾ ਹੈ,
ਤੇ ਕਦੇ ਕਦੇ ਵਿਚਾਰ ਬਹੁਤ ਵੱਧ ਜਾਂਦੇ। ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਵਿਰਾਗ ਦੀ ਜਿਹੜੀ ਅਵਸਥਾ ਉਹ ਵਿਰਾਗ ਦੀਆਂ ਸਟੇਜਾਂ ਹੁੰਦੀਆਂ ਨੇ। 4 ਸਟੇਜਾਂ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਵਿਰਾਗ ਦੀਆਂ ਦੱਸੀਆਂ ਨੇ। ਹੁਣ ਇਹ ਜਿਹੜਾ ਗੁਰਮੁਖ ਵਿਰਾਗ ਦੱਸਦੇ, ਇਹ ਪਹਿਲੀ ਸਟੇਜ ਦਾ ਵਿਰਾਗ ਹੁੰਦਾ ਹੈ। ਉਹ ਵਿਰਾਗ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਕਦੇ ਜਿਵੇਂ ਸਿਮਰਨ ਕਰਦੇ ਹਾਂ, ਜ਼ਿਆਦਾ ਕਰ ਲੈਂਦੇ ਹਾਂ, ਜਾਂ ਕਈ ਵਾਰ ਗੁਰਬਾਣੀ ਗੁਰੂ ਦਾ ਕੋਈ ਇਹੋ ਜਿਹਾ ਸ਼ਬਦ ਅਸੀਂ ਸੁਣ ਲੈਂਦੇ ਹਾਂ ਜਿਹੜਾ ਸਾਡੇ ਮਨ ਨੂੰ ਵਿਰਾਗੀ ਕਰ ਦਿੰਦਾ। ਉਹ ਵਿਰਾਗ ਇਸ ਤਰ੍ਹਾਂ ਹੁੰਦਾ ਵੀ ਜਿਵੇਂ ਦੁੱਧ ਨੂੰ ਉਬਾਲਾ ਆਉਂਦਾ, ਆਇਆ ਫਿਰ ਥੱਲੇ ਬੈਠੇ। ਇਹ ਪਹਿਲੀ ਸਟੇਜ ਦਾ ਵਿਰਾਗ ਹੈ ਵੀ ਕਦੇ ਆਇਆ ਵਿਰਾਗ, ਆ ਗਿਆ ਤੇ ਮੁੜ ਕੇ ਫਿਰ ਥੱਲੇ ਜਦੋਂ ਚਲੇ ਗਿਆ ਫਿਰ ਮਨ ਵਿਚਾਰਾਂ 'ਚ, ਫਿਰ ਮਨ ਫੁਰਨਿਆਂ ਦੇ ਵਿੱਚ ਚਲਾ ਗਿਆ। ਤੇ ਉਹ ਜਦੋਂ ਵਿਚਾਰਾਂ 'ਚ ਚਲਾ ਗਿਆ ਫਿਰ ਉਹ ਵਿਰਾਗ ਆਉਂਦਾ ਨਹੀਂ, ਫਿਰ ਉਹ ਵਿਚਾਰ ਹੀ ਫਿਰ ਉਹ ਫੁਰਨੇ ਚੱਲੀ ਜਾਂਦੀ। ਇਹ ਪਹਿਲੀ ਸਟੇਜ ਦਾ ਵਿਰਾਗ ਹੈ। ਜਦੋਂ ਆਪਾਂ ਲਗਾਤਾਰ ਇਹ ਅਭਿਆਸ ਕਰਦੇ ਰਹਿੰਦੇ, ਜਾਰੀ ਰੱਖਦੇ ਹਾਂ, ਸਾਡਾ ਮਨ ਦਰ ਦੇ ਉੱਤੇ ਚਲਾ ਜਾਂਦਾ ਹੈ। ਉਹ ਦਰ ਜਿੱਥੇ ਮਾਲਕ ਬੈਠ ਕੇ ਸਾਨੂੰ ਦੇਖਦਾ, ਸਾਰੀ ਸ੍ਰਿਸ਼ਟੀ ਦੀ ਪਾਲਣਾ ਪੋਸ਼ਣਾ ਕਰਦਾ ਹੈ, ਜਿੱਥੇ ਅਨਹਦ ਵਾਜੇ ਵੱਜਦੇ ਨੇ, ਉਹ ਦਰ ਦੇ ਉੱਤੇ ਜਾ ਕੇ ਜਦੋਂ ਸਾਡਾ ਮਨ ਆਸਣ ਲੱਗ ਜਾਂਦਾ ਹੈ। ਜੈਸ ਵਰਸਾਈ ਮਾਰੇ ਫਰਮਾਉਂਦੇ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੇ ਸਰਬ ਸੰਭਾਲੀ, ਬਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਨ ਹਾਰੀ। ਉਹ ਦਰ ਦੇ ਉੱਤੇ ਜਦੋਂ ਅਸੀਂ ਜਾ ਕੇ ਬਹਿੰਦੇ ਹਾਂ, ਉੱਥੇ ਦੂਸਰੀ ਸਟੇਜ ਦਾ ਵਿਰਾਗ ਸ਼ੁਰੂ ਹੁੰਦਾ। ਉੱਥੇ ਦਰ ਦੇ ਉੱਤੇ ਬੈਠੇ ਰਹਿੰਦੇ ਹਾਂ, ਮਾਲਕ ਦਰ ਖੋਲ੍ਹਦਾ ਨਹੀਂ, ਉਹ ਅੰਦਰ ਬੁਲਾਉਂਦਾ ਨਹੀਂ, ਤੇ ਉੱਥੇ ਮਨ ਵਿਰਾਗੀ ਹੋ ਜਾਂਦਾ। ਜਿਵੇਂ ਉਹ ਦਰ ਦੇ ਉੱਤੇ ਬਹੁਤ ਸ਼ਬਦ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਉਚਾਰਨ ਕੀਤੇ ਵੀ ਜਦੋਂ ਦਰ ਦੇ ਉੱਤੇ ਬੈਠੇ, ਮਾਲਕ ਨੇ ਉਹ ਦਰ ਨਹੀਂ ਖੋਲ੍ਹਿਆ ਤੇ ਫਿਰ ਉੱਥੇ ਉਹਨਾਂ ਨੇ ਬਹੁਤ ਤੜਫ, ਬਹੁਤ ਵਿਰਾਗ ਦਿਖਾਇਆ। ਜਿਵੇਂ ਬਾਬਾ ਕਬੀਰ ਜੀ ਬਹੁਤ ਸਮਾਂ ਬੈਠੇ ਰਹੇ ਉੱਥੇ, 8 ਪਹਿਰ ਉਹਨਾਂ ਨੂੰ ਬੀਤ ਗਏ, ਫਿਰ ਹੋਰ ਸਮਾਂ ਬੀਤ ਗਿਆ, ਮਾਲਕ ਨੇ ਬੁਲਾਇਆ ਹੀ ਨਹੀਂ ਅੰਦਰ। ਕਿਉਂਕਿ ਉੱਥੇ ਸਾਨੂੰ ਉਹਨਾਂ ਸਮਾਂ ਨਹੀਂ ਮਾਲਕ ਬੁਲਾਉਂਦੇ ਅੰਦਰ ਜਿੰਨਾ ਸਮਾਂ ਉਹ ਸਾਡਾ ਪਹਿਲਾਂ ਜਿਹੜਾ ਹਿਸਾਬ ਖਾਤਾ ਉਹ ਸਾਫ਼ ਨਹੀਂ ਕਰਦਾ। ਜਦੋਂ ਸਾਡਾ ਲੇਖਾ ਜੋਖਾ ਸਾਰਾ ਸਾਫ਼ ਕਰ ਦਿੰਦੇ, ਫਿਰ ਉਹ ਦਰ ਖੋਲ੍ਹ ਕੇ ਫਿਰ ਉਹ ਅੰਦਰ ਬੁਲਾਉਂਦੇ। ਹੁਣ ਬਾਬਾ ਕਬੀਰ ਜੀ ਬਹੁਤ ਸਮਾਂ ਉੱਥੇ ਬੈਠੇ ਰਹੇ, ਮਾਲਕ ਨੇ ਜਦੋਂ ਨਹੀਂ ਬੁਲਾਇਆ ਅੰਦਰ, ਤੇ ਫਿਰ ਉਹਨਾਂ ਨੇ ਵਿਚਾਰ ਕੀਤੀ ਵੀ ਹੁਣ ਕੋਈ ਫੁਰਨਾ ਵੀ ਨਹੀਂ ਆ ਰਿਹਾ, ਉੱਥੇ ਕੋਈ ਵਿਚਾਰ ਨਹੀਂ ਆਉਂਦਾ ਦਰ 'ਤੇ, ਉੱਥੇ ਪਾਉਣ ਤੋਂ ਵੱਖ ਹੋ ਕੇ ਸਾਡਾ ਮਨ ਬਹਿ ਜਾਂਦਾ। ਤੇ ਉਹਨਾਂ ਦੇ ਮਨ 'ਚ ਫਿਰ ਥੋੜ੍ਹਾ ਜਿਹਾ ਰੋਸ ਆਇਆ ਵੀ ਹੁਣ ਬੁਲਾਉਂਦੇ ਕਿਉਂ ਨਹੀਂ, ਵੀ ਮਾਤਾ ਪਿਤਾ ਵੀ ਇੰਨਾ ਸਮਾਂ, ਇੰਨਾ ਲੰਮਾ ਇੰਤਜ਼ਾਰ, ਬੁਲਾਇਆ ਨਹੀਂ। ਉਹ ਵਿਰਾਗੀ ਹੋਏ ਹੋਏ ਫਿਰ ਮਨ ਉੱਥੋਂ ਦਰ ਤੋਂ ਉੱਠਦੇ ਆ ਵੀ ਜੇ ਨਹੀਂ ਬੁਲਾਉਂਦੇ ਤੇ ਹੁਣ ਚੱਲੀਏ। ਤੇ ਅੰਦਰ ਮਾਲਕ ਵੀ ਦੇਖ ਰਿਹਾ ਮਹਿਲ ਦੇ ਵਿੱਚ ਬੈਠੇ ਵੀ ਬੱਚਾ ਬੈਠਾ ਹੈ, ਤੇ ਹੁਣ ਉੱਠ ਕੇ ਵਾਪਸ ਚੱਲੇ। ਉਹ ਜਿਉਂ ਹੀ ਵਾਪਸ ਮੁੜੇ ਤੇ ਮਾਲਕ ਨੇ ਦਰ ਖੋਲ੍ਹ ਦਿੱਤਾ। ਦਰ ਖੋਲ੍ਹ ਕੇ ਫਿਰ ਉਹਨਾਂ ਨੂੰ ਉਹਨਾਂ ਦਾ ਨਾਂ ਲੈ ਕੇ ਮਾਲਕ ਨੇ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਵੀ ਅੰਦਰ ਆ ਜਾਓ, ਵਾਪਸ ਆ ਜਾਓ। ਉਹ ਫਿਰ ਉਹ ਦਰ ਦੇ ਉੱਤੇ ਉਵੇਂ ਹੀ ਉਹਨਾਂ ਨੇ ਗੁਰਬਾਣੀ 'ਚ ਦੱਸੇ ਆਪਾਂ ਨੂੰ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੇ ਹਰ ਤੇਰੇ, ਕਹਿਤ ਕਬੀਰ ਕਬੀਰ। ਇਹ ਉਹ ਦਰ ਦੇ ਉੱਤੇ ਜਦੋਂ ਬਹਿੰਦੇ ਹਾਂ, ਉੱਥੇ ਫਿਰ ਇਹ ਵਿਰਾਗ ਦੂਸਰੀ ਸਟੇਜ ਦਾ। ਭਗਤਾਂ ਨੇ ਫਿਰ ਉਹ ਦਰ ਛੱਡਿਆ। ਉਹਨਾਂ ਨੇ ਆਖਿਆ ਵੀ ਹੁਣ ਤੇਰੇ ਦਰ 'ਤੇ ਅਸੀਂ, ਜਿਵੇਂ ਇੱਕ ਕੁੱਕਰ ਹੁੰਦਾ ਹੈ, ਉਹ ਮਾਲਕ ਦਾ ਦਰ ਨਹੀਂ ਛੱਡਦਾ, ਚਾਹੇ ਉਹਨੂੰ ਝਟਕ ਵੀ ਮਾਰੀਏ ਆਪਾਂ, ਫਿਰ ਵੀ ਉਹ ਦਰ ਨਹੀਂ ਛੱਡਦਾ। ਇਸੇ ਤਰ੍ਹਾਂ ਹੀ ਉਹਨਾਂ ਨੇ ਆਖਿਆ ਵੀ ਅਸੀਂ ਤੇਰੇ ਦਰ ਦੇ ਕੁੱਕਰ ਹਾਂ, ਵੀ ਜਦ ਤੱਕ ਤੂੰ ਸਾਨੂੰ ਅੰਦਰ ਬੁਲਾਏਂਗਾ ਨਹੀਂ, ਉਹਨਾਂ ਸਮਾਂ ਤੇਰਾ ਦਰ ਅਸੀਂ ਛੱਡਾਂਗੇ। ਕਬੀਰ ਹਮ ਕੁੱਕਰ ਤੇਰੇ ਦਰਬਾਰ,
ਭੌਂਕੇ ਆ ਗਏ ਬਦਨ ਬਸਾ ਵੀ ਅਸੀਂ ਤੇਰੇ ਦਰ ਦੇ ਕੂਕਰ, ਤੇਰੇ ਦਰ 'ਤੇ ਅਸੀਂ ਉਹਨਾਂ ਸਮਾਂ ਨਹੀਂ ਛੱਡਾਂਗੇ ਜਿੰਨਾ ਸਮਾਂ ਤੋਂ ਬੁਲਾਏਂਗਾ। ਇਹ ਦੂਸਰੀ ਸਟੇਜ ਦਾ ਵਿਰਾਗ ਹੈ। ਉਹ ਵਿਰਾਗ ਮੰਨਦਾ ਹੈ। ਉਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਜਿਵੇਂ ਗੁਰਮੁਖ ਕਹਿ ਰਹੇ ਜੀ ਆਇਆ ਅਤੇ ਫਿਰ ਖਤਮ ਹੋ ਗਿਆ। ਉਹ ਲਗਾਤਾਰ ਰਹਿੰਦਾ ਹੈ। ਜਦ ਤੱਕ ਮਾਲਕ ਬੁਲਾਏਗਾ ਨਹੀਂ ਉਹਨਾਂ ਸਮਾਂ ਉਹ ਵਿਰਾਗ ਖਤਮ ਨਹੀਂ ਹੋਏਗਾ। ਫਿਰ ਉਹ ਜਦੋਂ ਮਾਲਕ ਨੇ ਦਰ ਖੋਲ੍ਹ ਕੇ ਉਹਨਾਂ ਨੂੰ ਅੰਦਰ ਬੁਲਾ ਲਿਆ, ਘਰ ਗਏ, ਫਿਰ ਉੱਥੇ ਜਾ ਕੇ ਮਨ ਵਿਰਾਗੀ ਹੋ ਜਾਂਦਾ। ਉਹ ਤੀਸਰੀ ਸਟੇਜ ਦਾ ਵਿਰਾਗ, ਉਹ ਖੁਸ਼ੀ ਦਾ ਵਿਰਾਗ ਹੁੰਦਾ ਵੀ ਇੰਨੇ ਲੰਮੇ ਸਮੇਂ ਬਾਅਦ, ਕਿੰਨੇ ਯੁੱਗਾਂ ਬਾਅਦ ਵਿਛੜੇ ਹੋਏ ਦੁਬਾਰਾ ਮਿਲੇ। ਉਹ ਜਿਹੜਾ ਵਿਰਾਗ ਉਹ ਫਿਰ ਇੱਧਰੋਂ ਸੰਸਾਰ ਦੇ ਵਿੱਚੋਂ ਸਾਰਾ ਹੀ ਵਿਰਾਗ ਖਤਮ ਕਰ ਦਿੰਦਾ, ਫਿਰ ਕੋਈ ਨਹੀਂ ਰਹਿੰਦਾ। ਉਹ ਲਾਸਟ ਵਿਰਾਗ ਇੱਧਰ ਸੰਸਾਰ ਦਾ। ਉਦੋਂ ਫਿਰ ਸਾਡਾ ਜਿਹੜਾ ਉਹ ਖੁਸ਼ੀ ਦੇ ਵਿੱਚ ਸਾਡਾ ਮਨ ਵਿਰਾਗੀ ਹੋ ਜਾਂਦਾ। ਤੀਜੀ ਸਟੇਜ ਦਾ ਵਿਰਾਗ ਉਹਨੂੰ ਕਹਿੰਦੇ। ਫਿਰ ਗੁਰਮੁਖ ਇੱਧਰ ਰਹਿੰਦੇ ਜਿੰਨਾ ਸਮਾਂ ਅਤੇ ਉਹਨਾਂ ਦਾ ਮਨ ਤਾਂ ਇੱਧਰ ਅਤੀਤ ਹੀ ਰਹਿੰਦਾ, ਮਾਇਆ ਤੋਂ ਉੱਪਰ ਉੱਠਿਆ ਰਹਿੰਦਾ। ਅਤੇ ਜਦੋਂ ਫਿਰ ਉਹ ਦੇਹ ਨੂੰ ਛੱਡ ਕੇ ਜਾਂਦੇ ਇਹ ਸਰੀਰ ਨੂੰ ਪਰਲੋਕ ਦੇ ਵਿੱਚ, ਦਰਗਾਹ ਦੇ ਵਿੱਚ, ਉੱਥੇ ਮਾਲਕ ਆਪ ਇੰਤਜ਼ਾਰ ਕਰ ਰਿਹਾ ਹੁੰਦਾ ਵੀ ਮੇਰਾ ਬੱਚਾ ਕਿਹਨੂੰ ਜਿੱਤ ਕੇ ਆ ਰਿਹਾ। ਉੱਥੇ ਮਾਲਕ ਜਦੋਂ ਗਲ ਨਾਲ ਲਾਉਂਦੇ, ਸ਼ਾਬਾਸ਼ ਦਿੰਦੇ ਅਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਧੰਨ ਹੋ ਜੋ ਤੁਸੀਂ ਇਹ ਖੇਲ ਨੂੰ ਜਿੱਤ ਕੇ ਆਏ। ਉੱਥੇ ਫਿਰ ਗੁਰਮੁਖ ਵਿਰਾਗੀ ਹੋ ਜਾਂਦੇ। ਉਹ ਲਾਸਟ ਵਿਰਾਗ ਹੈ। ਅਤੇ ਉਦੋਂ ਬਾਅਦ 'ਚੋਂ ਫਿਰ ਮਾਲਕ ਉਹਨਾਂ ਨੂੰ ਸਦਾ ਵਾਸਤੇ ਆਪਦੇ ਵਿੱਚ ਸਮਾ ਲੈਂਦਾ, ਆਪਦੇ ਵਿੱਚ ਲੀਨ ਕਰ ਲੈਂਦਾ। ਇਹ ਹੁਣ ਵਿਰਾਗ ਦੀਆਂ ਅਵਸਥਾਵਾਂ ਸਾਨੂੰ ਗੁਰਬਾਣੀ ਗੁਰੂ ਵਿੱਚ ਦੱਸੀਆਂ ਵੀ ਇਹ ਪਹਿਲੀ ਸਟੇਜ ਦਾ ਵਿਰਾਗ ਹੈ, ਦੂਜੀ ਦਾ ਵਿਰਾਗ ਹੈ, ਤੀਜੀ ਦਾ, ਚੌਥੀ ਦਾ। ਅਤੇ ਇਹ ਹੁਣ ਜਿਹੜਾ ਗੁਰਮੁਖ ਦੱਸਦੇ ਪਹਿਲੀ ਸਟੇਜ ਦਾ ਵਿਰਾਗ ਆਪਾਂ ਨੂੰ ਆਉਂਦਾ। ਅਤੇ ਹੁਣ ਆਪਾਂ ਇਸ ਵਿਰਾਗ ਤੋਂ ਉੱਪਰ ਉੱਠਣਾ ਹੁੰਦਾ। ਉਹਦੇ ਵਾਸਤੇ ਜਿਹੜੇ ਲਗਾਤਾਰ ਆਪਾਂ ਅਭਿਆਸ ਕਰਦੇ ਤਾਂ ਕਿ ਅਭਿਆਸ ਕਰਦੇ ਹੋਏ ਅਸੀਂ ਪਾਉਣ ਤੋਂ ਅੱਡ ਹੋ ਜਾਈਏ। ਪਾਉਣ ਤੋਂ ਅੱਡ ਹੋ ਕੇ ਅਸੀਂ ਉਹ ਦਰ ਦੇ ਉੱਤੇ ਚਲੇ ਜਾਈਏ ਜਿੱਥੇ ਮਾਲਕ ਸਾਨੂੰ ਬੈਠ ਕੇ ਦੇਖਦਾ। ਅਤੇ ਉਹ ਦਰ ਦੇ ਉੱਤੇ ਜਦੋਂ ਜਾਵਾਂਗੇ ਉਦੋਂ ਕਹਿੰਦੇ ਵੀ ਇਹ ਦਰ ਦੇ ਉੱਤੇ ਬੈਠੇ ਵਿਰਾਗੀ। ਵਿਰਾਗੀ ਕਹਿੰਦੇ ਵੀ ਜਿਹਨੇ ਮਾਇਆ ਨੂੰ ਛੱਡ ਦਿੱਤਾ ਉਹ ਵਿਰਾਗੀ ਹੋ ਗਿਆ। ਜਹ ਮਾਇਆ ਸਗਲੀ ਤਜੀ ਸਭ ਤੇ ਭਇਓ ਉਦਾਸ, ਵੀ ਉਦਾਸੀ ਵਿਰਾਗੀ। ਵੀ ਜਦੋਂ ਅਸੀਂ ਇੱਧਰ ਮਾਇਆ ਤੋਂ ਉਦਾਸ ਹੋ ਗਿਆ, ਮਨ ਕਹਿੰਦੇ ਵਿਰਾਗੀ ਹੋ ਗਏ। ਮਾਇਆ ਦੀ ਇਹ ਵਿਚਾਰ ਫੁਰਨੇ, ਜਦੋਂ ਅਸੀਂ ਵਿਚਾਰਾਂ ਫੁਰਨਿਆਂ ਨੂੰ ਛੱਡ ਦਿੱਤਾ ਅਤੇ ਉਦੋਂ ਕਹਿੰਦੇ ਵਿਰਾਗੀ ਹੋ ਗਈ। ਜਦ ਤੱਕ ਅਸੀਂ ਵਿਚਾਰਾਂ 'ਚ, ਫੁਰਨਿਆਂ 'ਚ, ਉਹਨਾਂ ਸਮਾਂ ਹੀ ਵਿਰਾਗ ਆਉਂਦਾ ਨਹੀਂ। ਅਤੇ ਜਦ ਤੱਕ ਵਿਰਾਗ ਨਹੀਂ ਉਹਨਾਂ ਸਮਾਂ ਮਾਇਆ ਨੂੰ ਛੱਡਦਾ ਵੀ ਨਹੀਂ ਮਨ। ਮਹਾਰਾਜ ਕਹਿੰਦੇ ਵੈਨ ਵਿਰਾਗ ਨਾ ਛੂਟ ਸਮਾਇਆ। ਇਸ ਵਾਸਤੇ ਠੀਕ ਹੈ ਕਿ ਗੁਰਮੁਖਾਂ ਦੀ ਅਵਸਥਾ ਵੀ ਇਹ ਵਿਰਾਗ ਹੋਣਾ ਸਾਨੂੰ ਜ਼ਰੂਰੀ ਹੈ। ਜਦ ਤੱਕ ਸਾਨੂੰ ਵਿਰਾਗ ਨਹੀਂ ਆਏਗਾ ਸਾਡਾ ਮਨ ਮਾਇਆ ਨੂੰ ਛੱਡੇਗਾ ਨਹੀਂ। ਅਤੇ ਜਦੋਂ ਅਸੀਂ ਵਿਰਾਗੀ ਹੋ ਜਾਂਦੇ ਫਿਰ ਸਾਡੇ ਵਿਚਾਰ ਰੁਕ ਜਾਂਦੇ, ਫਿਰ ਫੁਰਨਾ ਨਹੀਂ ਆਉਂਦਾ। ਅਤੇ ਵਿਰਾਗ ਉਦੋਂ ਹੀ ਆਉਂਦਾ ਹੈ ਜਦੋਂ ਮਨ ਨਿਰਮਲ ਹੁੰਦਾ। ਜਦੋਂ ਮਨ ਨਿਰਮਲ ਹੋਏਗਾ ਇਹ ਵਿਰਾਗੀ ਹੋ ਜਾਏਗਾ, ਕਿਉਂਕਿ ਮਨ ਦਾ ਜਿਹੜਾ ਅਸਲ ਸੁਭਾਅ ਉਹ ਵਿਰਾਗੀ। ਮਹਾਰਾਜ ਕਹਿੰਦੇ ਮਨ ਕਾ ਸੁਭਾਅ ਸਦਾ ਵਿਰਾਗੀ। ਵੀ ਜਦੋਂ ਹੁਣ ਅਸੀਂ ਸਿਮਰਨ ਕਰਾਂਗੇ ਸਾਡੀ ਮੈਲ ਉਤਰ ਜਾਏਗੀ ਅਤੇ ਮਨ ਦਾ ਅਸਲ ਜਿਹੜਾ ਸੁਭਾਅ ਉਹ ਪ੍ਰਗਟ ਹੋ ਜਾਂਦਾ, ਉਹ ਵਿਰਾਗ ਵਾਲਾ ਹੈ। ਤਾਂਹੀਓ ਜਦੋਂ ਆਪਾਂ ਸਿਮਰਨ ਕਰਦੇ ਮਨ ਨਿਰਮਲ ਹੋ ਜਾਏਗਾ। ਜਦੋਂ ਮਨ ਨਿਰਮਲ ਹੋ ਜਾਂਦਾ ਫਿਰ ਇਹ ਵਿਰਾਗੀ ਹੋ ਜਾਂਦਾ। ਅਤੇ ਜਦੋਂ ਇਹ ਫਿਰ ਵਿਰਾਗੀ ਹੁੰਦਾ ਫਿਰ ਇਹਨੂੰ ਲੋੜ ਹੁੰਦੀ ਆਸਰੇ ਦੀ। ਜਦੋਂ ਇਹ ਸਾਡਾ ਮਨ ਵਿਰਾਗੀ ਹੋ ਜਾਂਦਾ ਫਿਰ ਇਹਨੂੰ ਸ਼ਬਦ ਦੀ, ਕਮਾਈ ਦੀ,
ਸ਼ਬਦ ਦੇ ਆਸਰੇ ਦੀ ਲੋੜ, ਸਤ ਸੰਗਤ ਦੀ, ਗੁਰਮੁਖਾਂ ਦੀ, ਗੁਰਬਾਣੀ ਗੁਰੂ ਦੀ। ਜੇ ਤਾਂ ਅਸੀਂ ਵਿਰਾਗੀ ਮਨ ਨੂੰ ਇਹ ਆਸਰਾ ਦੇਵਾਂਗੇ ਫਿਰ ਤਾਂ ਇਹ ਅੱਗੇ ਚਲਾ ਜਾਂਦਾ ਸਹਿਜ ਦੇ ਵਿੱਚ। ਜੇ ਵਿਰਾਗੀ ਮਨ ਨੂੰ ਆਸਰਾ ਨਾ ਮਿਲੇ, ਸਤ ਸੰਗਤ ਨਾ ਮਿਲੇ, ਫਿਰ ਇਹ ਉਲਟ ਕੇ ਵਹਿਮੀ ਹੋ ਜਾਂਦਾ, ਫਿਰ ਇੱਥੋਂ ਉਲਟ ਜਾਂਦਾ। ਫਿਰ ਜਦੋਂ ਇਹ ਉਲਟ ਕੇ ਵਹਿਮੀ ਹੁੰਦਾ ਫਿਰ ਛੋਟੀ ਛੋਟੀ ਗੱਲ 'ਤੇ ਚਿੰਤਾ ਫਿਕਰ ਕਰਨੀ ਸ਼ੁਰੂ ਕਰ ਦਿੰਦਾ। ਫਿਰ ਇਹ ਛੋਟੀ ਛੋਟੀ ਗੱਲ 'ਤੇ ਵਹਿਮ ਕਰਨੇ ਸ਼ੁਰੂ ਕਰ ਦਿੰਦਾ। ਇਸ ਵਾਸਤੇ ਫਿਰ ਆਪਾਂ ਨੂੰ ਇਹ ਬਹੁਤ ਲੋੜ ਹੁੰਦੀ ਜਦੋਂ ਆਪਾਂ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਵੀ ਸਾਡੇ ਅੰਦਰ ਜਦੋਂ ਵਿਰਾਗ ਸਾਨੂੰ ਆਉਂਦਾ, ਸਾਡੀ ਸੁਰਤੀ ਵਿਰਾਗੀ ਹੋ ਜਾਂਦੀ, ਫਿਰ ਆਪਾਂ ਨੂੰ ਬਹੁਤ ਲੋੜ ਹੈ ਸਤ ਸੰਗਤ ਦੀ, ਗੁਰਬਾਣੀ ਗੁਰੂ ਦੇ ਆਸਰੇ ਦੀ, ਗੁਰਮੁਖਾਂ ਦੀ, ਵੀ ਤਾਂ ਕਿ ਅਸੀਂ ਇਸ ਵਿਰਾਗ ਤੋਂ ਉੱਪਰ ਉੱਠ ਕੇ ਸਹਿਜ ਦੇ ਵਿੱਚ ਆਈਏ। ਜੇ ਤੇ ਅਸੀਂ ਨਹੀਂ ਸਤ ਸੰਗਤ ਕਰਾਂਗੇ ਫਿਰ ਇਹ ਉਲਟ ਜਾਂਦਾ ਮਨ, ਫਿਰ ਇਹ ਵਹਿਮੀ ਹੋ ਜਾਂਦਾ। ਤਾਂ ਕਰਕੇ ਫਿਰ ਇਹ ਆਪਾਂ ਨੂੰ ਸਤ ਸੰਗਤ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਨਾਲ ਨਾਲ ਮਨ ਨੂੰ ਇਹ ਗਿਆਨ ਦਾ ਆਸਰਾ, ਸ਼ਬਦ ਦਾ ਆਸਰਾ ਦੇ ਕੇ, ਤਾਂ ਕਿ ਮਨ ਸਾਡਾ ਅੱਗੇ ਇਸ ਤੋਂ ਅਗਲੀ ਸਟੇਜ ਦੇ ਉੱਤੇ ਚਲਾ ਜਾਵੇ, ਸਹਿਜ ਦੇ ਵਿੱਚ ਆ। ਸੋ ਇਹ ਠੀਕ ਹੈ ਜੀ ਕਿ ਜਿਉਂ ਜਿਉਂ ਤੁਸੀਂ ਸਿਮਰਨ ਕਰੋਗੇ ਵਿਰਾਗੀ ਹੋਵਾਂਗੇ, ਪਰ ਜਦੋਂ ਸਿਮਰਨ ਨਹੀਂ ਕਰਦੇ ਆਪਾਂ ਛੱਡ ਦਿੰਦੇ ਹਾਂ, ਉਹ ਫਿਰ ਹੀ ਅੱਗੇ ਵਿਚਾਰ ਚੱਲਣੇ, ਫੌਰਨੇ ਚੱਲਣੇ ਸ਼ੁਰੂ ਹੋ ਜਾਂਦੇ। ਸੋ ਇਹ ਠੀਕ ਹੈ ਜੀ ਵੀ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਹੋਰ ਕਰੋ ਤਾਂ ਕਿ ਮਨ ਦੀ ਇਹ ਅਵਸਥਾ ਜਿਹੜਾ ਵਿਰਾਗ ਤੋਂ ਅੱਗੇ ਇਹ ਸਹਿਜ ਦੇ ਵਿੱਚ ਆ ਜਾਏ ਆਪਣੇ ਘਰ ਵਿੱਚ। ਹਾਂਜੀ, ਹੋਰ ਕੋਈ ਗੱਲ ਨਹੀਂ? ਭਾਈ ਖਾਲਸਾ ਵੀ ਬੇਨਤੀ ਆ, ਕੁਛ ਦਿਨਾਂ ਤੋਂ ਇਸ ਤਰ੍ਹਾਂ ਮਹਿਸੂਸ ਹੁੰਦਾ ਜਿੱਦਾਂ ਚੱਲਦੇ ਫਿਰਦੇ ਜਾਂ ਕਿਤੇ ਬੈਠੇ ਆ ਵੀ ਪਰਮੇਸ਼ਰ ਸਾਹਮਣੇ ਮੈਨੂੰ ਦੇਖ ਰਿਹਾ, ਦਰਸ਼ਨ ਨਹੀਂ ਹੁੰਦੇ, ਐਂ ਮਹਿਸੂਸ ਹੁੰਦਾ। ਅਤੇ ਮਨ ਐਂ ਕਰਦਾ, ਫਿਰ ਮੈਂ ਨਮਸਕਾਰ ਕਰਦਾ ਅਤੇ ਮਨ ਜਿਹੜਾ ਨਾ ਉਹ ਉਦਾਸ ਹੋ ਜਾਂਦਾ, ਸਹਿਜ ਦੇ ਵਿੱਚ ਆ ਜਾਂਦਾ ਵਾ ਅਤੇ ਬੜਾ ਹੀ ਆਨੰਦ ਜਿਹਾ ਵੱਧਦਾ। ਅਤੇ ਇਹ ਮਤਲਬ ਕੀ ਆ, ਕਿਰਪਾ ਕਰੋ ਅਤੇ ਇੱਥੋਂ ਅੱਗੇ ਦਾ ਹੋਰ ਕੀ ਹੋ ਸਕਦਾ, ਕਿਰਪਾ ਕਰੋ। ਮਤਲਬ ਜਿੱਦਾਂ ਪਰਮੇਸ਼ਰ ਮੈਨੂੰ ਸਾਹਮਣੇ ਜਾਂ ਮੇਰੇ ਬਿਲਕੁਲ, ਅਤੇ ਮੈਨੂੰ ਐਂ ਬੜਾ ਆਨੰਦ ਜਿਹਾ ਸਹਿਜ ਅਵਸਥਾ ਹੋ ਗਈ ਆ। ਅਤੇ ਕੀ ਕਰਦਾ ਵੀ ਬਸ ਮੈਂ ਨਾ ਐਂ ਹਾਂਜੀ ਕਿਰਪਾ ਕਰੋ ਅੱਗੇ ਮਤਲਬ ਕੀ ਹੋ ਸਕਦਾ ਹੋਰ, ਜਾਂ ਕੀ ਸਟੇਜ ਹੈ ਜੀ, ਕਿਰਪਾ ਕਰੋ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ ਜੀ ਬਈ ਪਰਮਾਤਮਾ ਤਾਂ ਆਪਣੇ ਸਾਹਮਣੇ, ਬੇਸ਼ੱਕ ਆਪਾਂ ਉਹਨੂੰ ਨਹੀਂ ਦੇਖਦੇ ਪਰ ਉਹ ਸਾਨੂੰ ਸਾਰਿਆਂ ਨੂੰ ਦੇਖਦੇ। ਆਪਾਂ ਬੇਸ਼ੱਕ ਉਹਨੂੰ ਨਹੀਂ ਜਾਣਦੇ ਪਰ ਉਹ ਸਾਨੂੰ ਬੜਾ ਚੰਗੀ ਤਰ੍ਹਾਂ ਜਾਣਦਾ ਸਾਰਿਆਂ, ਕਿਉਂਕਿ ਆਪਾਂ ਉਹਦੇ ਬੱਚੇ ਹਾਂ। ਅਸੀਂ ਉਹਨੂੰ ਭੁੱਲ ਗਏ ਹਾਂ ਪਰ ਉਹ ਸਾਨੂੰ ਨਹੀਂ ਭੁੱਲਿਆ, ਸਾਨੂੰ ਉਹ ਚੰਗੀ ਤਰ੍ਹਾਂ ਜਾਣਦਾ। ਸੋ ਜਦੋਂ ਆਪਾਂ ਹੁਣ ਇਹ ਸਿਮਰਨ ਕਰਦੇ ਹਾਂ, ਨਾਲ ਨਾਲ ਹੀ ਆਪਾਂ ਗਿਆਨ ਲੈਂਦੇ ਹਾਂ, ਫਿਰ ਆਪਾਂ ਇਹ ਵਿਚਾਰ ਸੁਣਦੇ ਹਾਂ ਅਤੇ ਆਪਣੇ ਮਨ ਨੂੰ ਗਿਆਨ ਹੋ ਜਾਂਦਾ ਵੀ ਮਾਲਕ ਸਾਹਮਣੇ। ਅਤੇ ਉਹ ਜਦੋਂ ਫਿਰ ਆਪਾਂ ਨੂੰ ਇਹ ਗਿਆਨ ਹੁੰਦਾ ਅਤੇ ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਂਦਾ ਅਤੇ ਉਹ ਫਿਰ ਅਸੀਂ ਮਹਿਸੂਸ ਕਰਦੇ ਹਾਂ ਵੀ ਮਾਲਕ ਸਾਨੂੰ ਦੇਖ ਰਹੀ ਹੈ। ਅਤੇ ਜਦੋਂ ਇਹ ਆਪਾਂ ਮਹਿਸੂਸ ਕਰਦੇ ਹਾਂ, ਇਹ ਸਾਡਾ ਮਨ ਮੰਨਦਾ ਹੈ ਅਤੇ ਉਦੋਂ ਹੀ ਇਹ ਸੁਖੀ ਹੋ ਜਾਂਦਾ। ਦੇਖੋ ਹੁਣ ਗੁਰਮੁਖਾਂ ਨੇ ਦੱਸਿਆ ਵੀ ਹਾਲਾਂਕਿ ਇਹ ਕਹਿੰਦੇ ਵੀ ਮੈਂ ਨਹੀਂ ਦੇਖਦਾ ਪਰਮਾਤਮਾ ਨੂੰ, ਪਰ ਸਿਰਫ ਮੈਨੂੰ ਇਹ ਮਹਿਸੂਸ ਹੀ ਹੁੰਦਾ ਵੀ ਮੈਨੂੰ ਪਰਮਾਤਮਾ ਦੇਖ ਰਹੀ ਹੈ। ਜੀ ਜੀ ਜੀ। ਅਤੇ ਜੇ ਸਾਡਾ ਮਨ ਇੰਨਾ ਮਹਿਸੂਸ ਹੀ ਕਰੇ ਵੀ ਮੈਨੂੰ ਮਾਲਕ ਦੇਖ ਰਿਹਾ ਅਤੇ ਇਹ ਇੰਨੇ ਦੀ ਸਹਿਜ ਦੇ ਵਿੱਚ ਆ ਜਾਂਦਾ। ਕਿਉਂਕਿ ਜਦੋਂ ਆਪਾਂ ਨੂੰ ਇਹ ਭੇਤ ਆ ਗਿਆ ਵੀ ਮਾਲਕ ਸਾਨੂੰ ਦੇਖ ਰਿਹਾ ਹੈ ਅਤੇ ਮਾਲਕ ਦੇ ਭੈ ਦੇ ਵਿੱਚ ਆ ਜਾਂਦਾ, ਅਤੇ ਜਿਹੜਾ ਉਹਦਾ ਭੈ ਮਾਲਕ ਦਾ ਉਹ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ। ਇੱਕ ਤਾਂ ਸੰਸਾਰ ਦੇ ਦੁਨਿਆਵੀ ਭੈ ਨੇ, ਦੁਨਿਆਵੀ ਡਰ, ਉਹ ਜਿਹੜੇ ਸੰਸਾਰੀ ਡਰ ਨੇ ਉਹ ਸਾਡੇ ਮਨ ਦੇ ਉੱਤੇ ਮੈਲ ਲਾਉਂਦੇ ਨੇ, ਸੰਸਾਰ ਦੇ ਭੈ ਨੇ ਜਿਹੜੇ। ਅਤੇ ਜਿਹੜਾ ਪਰਮਾਤਮਾ ਦਾ ਭੈ ਹੈ ਮਾਲਕ ਦਾ, ਉਹ ਸਾਡੇ ਮਨ ਨੂੰ ਨਿਰਮਲ ਕਰਦਾ,
ਉਹ ਸਾਡੇ ਮਨ ਤੋਂ ਮੈਲ ਲਾ ਦਿੰਦਾ ਹੈ, ਸਾਡੇ ਮਨ ਨੂੰ ਸਹਿਜ ਵਿੱਚ ਲੈ ਆਉਂਦਾ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਹੁਣ ਇਹ ਮਹਿਸੂਸ ਜਿਵੇਂ ਗੁਰਮਤਿ ਕਹਿੰਦੇ ਵੀ ਸਾਨੂੰ ਹੁੰਦਾ ਹੈ, ਉਹ ਤਾਂ ਹੀ ਹੁੰਦਾ ਵੀ ਜਦੋਂ ਸਾਡੇ ਵਿਚਾਰ ਫੁਰਨੇ ਰੁਕ ਜਾਂਦੇ, ਸਾਡਾ ਮਨ ਭੈ ਦੇ ਵਿੱਚ ਆ ਜਾਂਦਾ ਹੈ। ਅਤੇ ਜਿਉਂ-ਜਿਉਂ ਆਪਾਂ ਹੋਰ ਅਭਿਆਸ ਕਰਾਂਗੇ, ਜਦੋਂ ਆਪਾਂ ਗੁਰੂ ਦੀ ਸ਼ਰਨ 'ਚ ਚਲੇ ਜਾਂਦੇ, ਫਿਰ ਗੁਰੂ ਦਾ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਪ੍ਰਤੱਖ ਦਿਖਾਈ ਦਿੰਦੇ। ਹੁਣ ਦੇਖੋ ਵੀ ਜਿਵੇਂ ਤੁਸੀਂ ਮਹਿਸੂਸ ਹੀ ਕਰਦੇ ਹੋ ਵੀ ਮਾਲਕ ਦੇਖ ਰਿਹਾ ਹੈ, ਅਤੇ ਤਾਂ ਆਪਾਂ ਨੂੰ ਇੰਨਾ ਸੁੱਖ ਮਿਲਦਾ ਹੈ। ਅਤੇ ਜਦੋਂ ਆਪਾਂ ਮਾਲਕ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਉਦੋਂ ਕਿੰਨਾ ਸੁੱਖ ਹੋਏਗਾ, ਕਿੰਨਾ ਆਨੰਦ ਹੋਏਗਾ। ਇਸੇ ਨੂੰ ਫਿਰ ਮਹਾਰਾਜ ਕਹਿੰਦੇ ਵੀ ਜਦੋਂ ਆਪਾਂ ਗੁਰੂ ਪਾਸ ਜਾਂਦੇ ਹਾਂ, ਉਹ ਸਾਡਾ ਪਰਦਾ ਪਾਸੇ ਕਰਦੇ ਭਰਮ ਦਾ, ਵੀ ਜਿਹਨੂੰ ਅਸੀਂ ਪਹਿਲਾਂ ਸੁਣਿਆ ਹੁੰਦਾ ਵੀ ਪਰਮਾਤਮਾ ਨੇੜੇ ਹੈ ਪਰ ਅਸੀਂ ਦੇਖਿਆ ਨਹੀਂ, ਅਤੇ ਗੁਰੂ ਸਾਨੂੰ ਫਿਰ ਉਹ ਸਾਹਮਣੇ ਦਿਖਾ ਦਿੰਦੇ। ਮਹਾਰਾਜ ਫਰਮਾਉਂਦੇ ਨੈਗਟ ਸੁਣਿਓ ਔਰ ਦੇਖਿਓ ਨਹੀਂ, ਭਰਮ ਭਰਮ ਦੁੱਖ ਭਰੀਆ ਹੋਏ, ਕਿਰਪਾਲ ਗੁਰ ਲਾਇਓ ਪਾਸੋ, ਮਿਲਿਓ ਲਾਲ ਮਨ ਹਰੀਆ। ਵੀ ਜਦੋਂ ਗੁਰੂ ਕਿਰਪਾਲੂ ਹੋਇਆ, ਉਹਨਾਂ ਨੇ ਸਾਡਾ ਪਰਦਾ ਪਾਸੇ ਕਰਕੇ ਸਾਨੂੰ ਮਾਲਕ ਦੇ ਸਨਮੁਖ ਕਰ ਦਿੱਤਾ। ਜਦੋਂ ਆਪਾਂ ਮਾਲਕ ਦੇ ਸਨਮੁਖ ਹੋ ਜਾਂਦੇ, ਇਹ ਪੂਰੇ ਗੁਰੂ ਦੀ ਨਿਸ਼ਾਨੀ। ਜਦੋਂ ਆਪਾਂ ਪੰਜਾਂ ਪਿਆਰਿਆਂ ਪਾਸ ਜਾਂਦੇ ਹਾਂ, ਜਿਹੜੇ ਪੂਰਨ ਗੁਰੂ ਨੇ, ਉਹ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਪਾਰ ਬ੍ਰਹਮ ਪਰਮਾਤਮਾ ਨੂੰ ਸਭ ਤੋਂ ਨੇੜੇ ਦਿਖਾ ਦਿੰਦੇ। ਮਾਰੇ ਫਰਮਾਉਂਦੇ ਪੂਰੇ ਗੁਰ ਕਾ ਸੋਨਾ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਖ। ਫਿਰ ਆਪਾਂ ਮਾਲਕ ਨੂੰ ਨੇੜੇ ਦੇਖ ਲੈਂਦੇ ਹਾਂ। ਸੋ ਇਹ ਜਿਵੇਂ ਗੁਰਮੁਖ ਦੱਸ ਰਹੇ, ਉਹ ਮਾਲਕ ਸਾਨੂੰ ਆਪਣਾ ਆਪਾ ਜਣਾਉਂਦਾ ਹੈ ਵੀ ਮੈਂ ਤੁਹਾਨੂੰ ਦੇਖ ਰਿਹਾ। ਹੁਣ ਆਪਾਂ ਕੋਸ਼ਿਸ਼ ਕਰਨੀ ਵੀ ਅਸੀਂ ਵੀ ਉਹਨੂੰ ਦੇਖੀਏ, ਵੀ ਆਪਾਂ ਵੀ ਉਹਨੂੰ ਦੇਖੀਏ, ਅਤੇ ਉਹਨੂੰ ਦੇਖਣ ਵਾਸਤੇ ਫਿਰ ਇਹ ਆਪਾਂ ਕੋਸ਼ਿਸ਼ ਕਰੀਏ ਵੀ ਸਿਮਰਨ ਕਰਕੇ ਅਸੀਂ ਗੁਰੂ ਦੀ ਸ਼ਰਨ 'ਚ ਜਾਈਏ, ਗੁਰੂ ਵਾਲੇ ਬਣ ਕੇ ਆਪਾਂ ਮਾਲਕ ਦੇ ਸਨਮੁਖ ਹੋਈਏ, ਪਰਮਾਤਮਾ ਦੇ ਸਨਮੁਖ ਹੋ ਕੇ ਅਤੇ ਆਪਾਂ ਪਰਮਾਤਮਾ ਦੀ ਸੇਵਾ ਕਰੀਏ। ਜਦੋਂ ਮਾਲਕ ਆਪਾਂ ਨੂੰ ਦੇਖਦਾ, ਅੱਗੇ ਆਪਾਂ ਵੀ ਉਹਨੂੰ ਦੇਖਣਾ ਸ਼ੁਰੂ ਕਰ ਦਿੰਦੇ। ਫਿਰ ਦੇਖ ਕੇ ਸਾਡੀ ਜੋਤ ਦੇ ਵਿੱਚ ਜੋਤ ਮਿਲ ਜਾਂਦੀ। ਦੇਖ ਕੇ ਫਿਰ ਜਦੋਂ ਆਪਾਂ ਮਾਲਕ ਨੂੰ ਦੇਖਦੇ, ਸਾਡੇ ਨੇਤਰਾਂ ਦੇ ਵਿੱਚ ਨੇਤਰ ਮਿਲਦੇ ਮਾਲਕ ਦੇ ਨਾਲ, ਫਿਰ ਆਪਣੀ ਜਿਹੜੀ ਸੁਰਤੀ ਉਹ ਕੰਨਾਂ 'ਚ ਆ ਜਾਂਦੀ ਵੀ ਹੁਣ ਅਸੀਂ ਇਹ ਪਿਆਰੇ ਦੇ ਬਚਨ ਵੀ ਸੁਣੀਏ ਮਾਲਕ ਦੇ। ਮਹਾਰਾਜ ਇਹ ਫਰਮਾਉਂਦੇ ਲੋਇਣ ਰਸਤੇ ਲੋਇਣੀ, ਕੰਨੀ ਸੁਰਤ ਸਮਾਈ। ਵੀ ਜਦੋਂ ਸਾਡੀ ਸੁਰਤੀ ਫਿਰ ਆਪ ਹੀ ਕੰਨਾਂ 'ਚ ਆ ਜਾਂਦੀ, ਫਿਰ ਆਪਾਂ ਨੂੰ ਮਾਲਕ ਦੀ ਜੋ ਆਵਾਜ਼, ਨਾਮ ਫਿਰ ਉਹ ਸੁਣਾਈ ਦਿੰਦਾ। ਫਿਰ ਉਦੋਂ ਸਾਨੂੰ ਭੇਦ ਖੁੱਲ੍ਹਦਾ ਵੀ ਜੋ ਸਤਿਗੁਰੂ ਹੈ ਮਾਲਕ, ਵੀ ਇਹਦਾ ਜੋ ਹੱਕਦਾਰ ਹੈ ਉਹ ਸਤਿਗੁਰੂ ਆਪ ਹੀ ਨੇ, ਵੀ ਜਿਹੜੇ ਸਾਨੂੰ ਨਾਮ ਸੁਣਾ ਸਕਦੇ ਅਤੇ ਸਾਨੂੰ ਇਹ ਨਾਮ ਦੀ ਦਾਤ ਦੇ ਸਕਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਰ ਸਿੱਖ ਬੜ ਭਾਗੀ ਸੀ। ਫਿਰ ਆਪਾਂ ਮਾਲਕ ਨੂੰ ਦੇਖ ਕੇ ਸੇਵਾ ਕਰਨੀ ਹੁੰਦੀ। ਫਿਰ ਇਸ ਨੂੰ ਮਹਾਰਾਜ ਕਹਿੰਦੇ ਲੋਇਣ ਦੇਖ ਰਹੇ ਬਿਸਮਾਦੀ, ਚਿੱਤ ਦ੍ਰਿਸ਼ਟ ਲਗਾਈ ਅਦ੍ਰਿਸ਼ਟ ਸਦਾ ਰੇ ਨਰਾਲਮ ਜੋਤੀ ਜੋਤ ਮਲਾਈ। ਫਿਰ ਆਪਾਂ ਦੇਖ ਕੇ ਮਾਲਕ ਨੂੰ ਸਾਡੀ ਜੋਤ 'ਚ ਜੋਤ ਮਿਲ ਜਾਂਦੀ। ਫਿਰ ਇਸ ਵਾਸਤੇ ਵੀ ਗੁਰਮੁਖਾਂ ਨੇ ਆਖਿਆ ਵੀ ਹੁਣ ਅਸੀਂ ਤੇਰੇ ਤੋਂ ਬਿਨਾਂ ਹੋਰ ਕੋਈ ਨਾ ਦੇਖੀਏ, ਵੀ ਤੈਨੂੰ ਹੀ ਦੇਖੀਏ ਮਾਲਕ। ਦੋਏ ਦੋਏ ਲੋਚਨ ਦੇਖਾਂ, ਹੋ ਹਰ ਬਿਨ ਅਵਰ ਨਾ ਦੇਖਾਂ। ਵੀ ਫਿਰ ਗੁਰਮੁਖ ਮਾਲਕ ਨੂੰ ਦੇਖਦੇ। ਇਹ ਠੀਕ ਹੈ ਜੀ, ਮਾਲਕ ਦੀ ਕਿਰਪਾ ਵੀ ਉਹ ਆਪਾਂ ਨੂੰ ਜਣਾ ਰਹੇ ਵੀ ਮੈਂ ਤੁਹਾਨੂੰ ਦੇਖ ਰਿਹਾ, ਅਤੇ ਹੁਣ ਕੋਸ਼ਿਸ਼ ਕਰੋ ਵੀ ਆਪਾਂ ਵੀ ਮਾਲਕ ਨੂੰ ਦੇਖੀਏ, ਅਤੇ ਉਹਦੇ ਵਾਸਤੇ ਵੱਧ ਤੋਂ ਵੱਧ ਕਰੀਏ ਅਭਿਆਸ ਨਾ, ਅਤੇ ਗੁਰੂ ਵਾਲੇ ਬਣੇ। ਬੇਨਤੀ ਹੈ ਜੀ, ਜਦੋਂ ਗੁਰਮੰਤਰ ਦਾ ਜਾਪ ਅੱਧਾ ਘੰਟਾ ਕਰਕੇ ਫਿਰ ਮਨ ਕਰਦਾ ਵੀ ਹੁਣ ਸ਼ਬਦ ਸੁਣੀਏ। ਜਦੋਂ ਸ਼ਬਦ ਸੁਣੀਦਾ, ਉਹਦੇ ਨਾਲ ਬੇਨਤੀ ਨਾਲ ਸਿਮਰਨ ਕਰਨਾ ਚਾਹੀਦਾ ਅਤੇ ਸ਼ਬਦ ਹੀ ਸੁਣਨਾ ਚਾਹੀਦਾ। ਉਹਦੇ ਵਿੱਚ ਇੱਦਾਂ ਹੁੰਦਾ ਜੀ ਵੀ ਸ਼ਬਦ ਆਪਾਂ ਉਦੋਂ ਸੁਣਨਾ ਹੈ ਵੀ ਜਦੋਂ ਅਸੀਂ ਪਾਉਣ ਤੋਂ ਲੱਗ ਹੋ ਗਏ, ਮਤਲਬ ਸਾਨੂੰ ਕੋਈ ਵਿਚਾਰ ਨਾ ਆਵੇ, ਫੁਰਨਾ ਨਾ ਆਵੇ।
ਜੇ ਕੋਈ ਸਾਨੂੰ ਵਿਚਾਰ ਫੁਰਨਾ ਨਹੀਂ ਆਉਂਦਾ ਫਿਰ ਤਾਂ ਆਪਾਂ ਸ਼ਬਦ ਨੂੰ ਸੁਣਨਾ ਹੈ। ਜੇ ਸਾਨੂੰ ਵਿਚਾਰ ਫੁਰਨੇ ਆਉਂਦੇ ਫਿਰ ਆਪਾਂ ਸ਼ਬਦ ਨੂੰ ਨਹੀਂ ਸੁਣਨਾ, ਫਿਰ ਆਪਾਂ ਸਿਮਰਨ ਕਰਨਾ। ਤੇ ਜੇ ਆਪਾਂ ਨੂੰ ਕੋਈ ਵਿਚਾਰ ਫੁਰਨਾ ਨਹੀਂ ਆਉਂਦਾ ਫਿਰ ਹਾਂਜੀ। ਹੋਰ ਜੀ ਕੋਈ ਗੁਰਮੁਖ? ਹਾਂਜੀ। ਪਹਿਲਾਂ ਸ਼ਬਦ ਹੁੰਦਾ ਵਾ ਚਿੜੀਆਂ ਚੁਗਦੀਆਂ ਕਾਫੀ, ਦੂਸਰਾ ਜਿੱਦਾਂ ਹਵਾਲੇ ਵਿੱਚ ਖੜਾ, ਤੇ ਹੁਣ ਜਦੋਂ ਸਿਮਰਨ ਕਰਦੀ ਆ ਨਾਭੀ ਤੇ ਜਦੋਂ ਆਵਾਜ਼ ਆਉਂਦੀ ਉਸ ਤੋਂ ਬਾਅਦ ਸਹਿਜ ਚੱਲ ਜਾਂਦੀ ਆ, ਤੇ ਸਹਿਜ ਉੱਪਰ ਜਿਸ ਤਰ੍ਹਾਂ ਮੇਰੇ ਹੱਥ ਸਮਝ ਲਓ ਉੱਪਰ ਆਉਂਦਾ ਹੈ, ਹੱਥ ਉੱਪਰ ਕਦੀ ਕਦੀ ਹੱਥ ਉੱਪਰ ਆਉਂਦਾ। ਮੇਰਾ ਨਹੀਂ ਉਹ ਇੱਦਾਂ ਹੁੰਦਾ ਜੀ ਵੀ ਉਹ ਆਪਾਂ ਨੂੰ ਮਹਿਸੂਸ ਹੁੰਦਾ ਹੈ, क्योंकि परमात्मा अपने ऊपर ही है। जिन्हों मारे गए जिसके सैर ऊपर को स्वामी सोदा कैसा पावे, भाई मालिक अपने ऊपर ही है, सबके ऊपर बैठा है। सो फिर साड़ी सुरती महसूस करती भी साडे सिर के उत्ते मालिक का हथ है। तो ठीक है जी, किरपा जिन्ना अपना मन सहज में जाएगा तो फिर वो महसूस करेगा। तो ਜਿਹੜੇ ਆਪਾਂ ਨੂੰ ਸ਼ਬਦ ਸੁਣਦੇ ਉਹ ਵੀ ਕਿਰਪਾ ਮਾਲਕ ਦੀ ਵੀ ਜਿੰਨਾ ਜਿੰਨਾ ਆਪਾਂ ਸਹੀ ਦੇ ਵਿੱਚ ਜਾਂਦੇ ਜਾਵਾਂਗੇ ਤੇ ਉਹਦੇ ਉਹ ਆਪਾਂ ਨੂੰ ਸ਼ਬਦ ਨੇ ਜਿਹੜੇ ਹੋਰ ਸੁਣਾਈ ਦਿੱਤੇ ਜਾਂਦੇ, ਹੋਰ ਸੁਣਦੇ ਜਾਂਦੇ। ਜਿਵੇਂ ਪਹਿਲਾਂ ਚਿੜੀਆਂ ਚੁਗਦੀਆਂ ਤੁਸੀਂ ਕਿਵੇਂ ਸੁਣਦੀਆਂ, ਤੇ ਫਿਰ ਆਪਣੇ ਅੰਦਰ ਲਗਾਤਾਰ ਧੁਨ ਸਹੀ ਧੁਨ ਪ੍ਰਗਟ ਹੋ ਜਾਂਦੀ, ਫਿਰ ਉਹ ਸੁਣਦੀ ਹੈ ਆਪਾਂ ਨੂੰ। ਫਿਰ ਹੋਰ ਅਭਿਆਸ ਕਰਾਂਗੇ ਫਿਰ 5 ਸ਼ਬਦ ਪ੍ਰਗਟ ਹੋ ਜਾਂਦੇ, ਨਾਦ ਪ੍ਰਗਟ ਹੋ ਜਾਂਦਾ। ਸੋ ਇਹ ਸਾਰਾ ਜਾਣੀ ਕਿ ਅਭਿਆਸ ਦੇ ਨਾਲ ਹੀ, ਜਿੰਨਾ ਆਪਾਂ ਅਭਿਆਸ ਕਰਾਂਗੇ, ਜਿੰਨਾ ਮਨ ਸਾਡਾ ਸਹਿਜ ਵਿੱਚ ਆਏਗਾ, ਓਨਾ ਹੀ ਆਪਣਾ ਅਨੁਭਵ ਹੋਏਗਾ, ਓਨਾ ਹੀ ਆਪਾਂ ਨੂੰ ਅੰਦਰ ਦਾ ਭੇਤ ਆਏਗਾ। ਇਸੇ ਕਰਕੇ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਇਹ ਅਨੁਭਵੀ ਗਿਆਨ ਵੀ ਜਿੰਨਾ ਅਸੀਂ ਅਭਿਆਸ ਕਰਾਂਗੇ, ਸਹਿਜ ਵਿੱਚ ਜਾਵਾਂਗੇ, ਇਹ ਸਾਡਾ ਓਨਾ ਹੀ ਅਨੁਭਵ ਹੋਊਗਾ, ਸਾਨੂੰ ਓਨਾ ਹੀ ਪਤਾ ਲੱਗੇਗਾ। ਜਿਹੜਾ ਜੀਵ ਹੁਣ ਸਿਮਰਨ ਕਰਦਾ ਨਹੀਂ ਤੇ ਉਹਦਾ ਆਪਦਾ ਕੋਈ ਅਨੁਭਵ ਤਾਂ ਹੁੰਦਾ ਨਹੀਂ, ਤੇ ਜਦੋਂ ਅਨੁਭਵ ਨਹੀਂ ਹੋਏਗਾ ਤੇ ਉਹ ਸਿਰਫ ਫਿਰ ਬਾਹਰੀ ਗਿਆਨ ਹੈ ਸਾਰਾ। ਜਿਹੜਾ ਬਾਹਰੀ ਗਿਆਨ ਹੈ ਉਹ ਹਉਮੈ ਪੈਦਾ ਕਰਦਾ, ਉਹਦੇ ਨਾਲ ਅਸੀਂ ਵਿਦਵਾਨ ਤਾਂ ਬਣ ਸਕਦੇ, ਪਰ ਇਹ ਜੋ ਗਿਆਨ ਹੈ ਬ੍ਰਹਮ ਦਾ, ਇਹ ਸਾਡੇ ਅੰਦਰ ਦਾ ਗਿਆਨ, ਅਨੁਭਵੀ ਗਿਆਨ, ਇਹ ਜਿੰਨਾ ਅਸੀਂ ਸਹਿਜ ਵਿੱਚ ਜਾਵਾਂਗੇ ਉਹਨਾਂ ਸਾਨੂੰ ਅੰਦਰੋਂ ਗਿਆਨ ਹੋਏਗਾ, ਸਾਡਾ ਖੁਦ ਦਾ ਅਨੁਭਵ ਹੋਏਗਾ। ਸੋ ਇਸ ਵਾਸਤੇ ਫਿਰ ਜਿੰਨਾ ਆਪਾਂ ਸਹਿਜ ਵਿੱਚ ਜਾਵਾਂਗੇ ਓਨਾ ਹੀ ਸਾਡਾ ਮਨ ਮੰਨੇਗਾ, ਓਨਾ ਹੀ ਸਾਨੂੰ ਗੁਰਬਾਣੀ ਗੁਰੂ 'ਤੇ ਭਰੋਸਾ ਆਏਗਾ ਵੀ ਜੋ ਸਾਨੂੰ ਕਹਿ ਰਹੇ ਬਿਲਕੁਲ ਸੱਚ ਕਹਿ ਰਹੇ ਨੇ, ਕਿਉਂਕਿ ਉਹ ਅਸੀਂ ਅੰਦਰੋਂ ਉਹ ਚੀਜ਼ ਨੂੰ ਅਨੁਭਵ ਕਰ ਲਿਆ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਵੀ ਸਾਡਾ ਮਨ ਤਾਂ ਮੰਨ ਗਿਆ ਹੁਣ ਜਦੋਂ ਸਹਿਜ ਵਿੱਚ ਗਏ, ਪਰ ਜਿਹੜੇ ਹੁਣ ਸਹਿਜ 'ਚ ਜਾਂਦੇ ਨੇ, ਅਭਿਆਸ ਕਰਦੇ ਨੇ, ਉਹ ਨਹੀਂ ਮੰਨਦੇ। ਉਹ ਕਹਿੰਦੇ ਹੋ ਹੀ ਨਹੀਂ ਸਕਦਾ ਵੀ ਅਨਹਦ ਸ਼ਬਦ ਕੀ ਨੇ, ਇਹ ਤਾਂ ਅਸੀਂ ਸੁਣੇ ਨਹੀਂ ਕਦੇ, ਇਹ ਤਾਂ ਹੁੰਦੇ ਹੀ ਨਹੀਂ। ਜੇ 5 ਸ਼ਬਦ ਕੀ ਨੇ, ਕਿਉਂਕਿ ਉਹਨਾਂ ਨੂੰ ਆਪ ਨਹੀਂ ਪਤਾ, ਉਹ ਸਿਰਫ ਜਿਹੜੇ ਲਿਖਤੀ ਰੂਪ ਵਿੱਚ ਉਹਨਾਂ ਨੂੰ ਸਮਝਦੇ। ਤੇ ਆਪਾਂ ਨੂੰ ਮਾਰੇ ਕਹਿੰਦੇ ਵੀ ਆਪਣੇ ਅੰਦਰ ਵੱਜਦੇ ਨੇ ਵੀ ਸਾਡੇ ਗੁਰਮ ਮਤ ਹੀ 5 ਸ਼ਬਦਾਂ ਤੋਂ ਸ਼ੁਰੂ ਹੁੰਦੀ। 5 ਸ਼ਬਦ ਵਜੇ ਨੱਥ ਗੁਰਮਤ ਵਡਭਾਗੀ ਅਨਹਦ ਵੱਜੇ, ਆਨੰਦ ਮੂਲ ਰਾਮ ਸਾਹਿਬ ਦੇਖਿਆ ਵਰ ਸ਼ਬਦੀ ਗੋਬਿੰਦ ਗੱਜੇ। ਵੀ ਇਹ ਸਾਰਾ ਅਨੁਭਵ ਹੈ ਆਪਣਾ ਖੁਦ ਦਾ, ਵੀ ਜਿੰਨਾ ਅਸੀਂ ਸਹਿਜ ਵਿੱਚ ਜਾਵਾਂਗੇ ਓਨਾ ਹੀ ਆਪਣਾ ਜਿਹੜਾ ਮਨ ਹੈ ਉਹ ਹਰ ਮੰਨੇਗਾ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਜਬ ਜਾਣਿਆ ਪਾਉ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਤੀਜੇ। ਉਹ ਕਹਿੰਦੇ ਵੀ ਹੁਣ ਸਾਡਾ ਮਨ ਤਾਂ ਮੰਨ ਗਿਆ, ਕਿਉਂਕਿ ਉਹ ਸਹਿਜ ਵਿੱਚ ਚਲੇ ਗਏ, ਉਹਨਾਂ ਨੇ ਦੇਖ ਲਿਆ। ਤੇ ਜਿਹੜਾ ਹੁਣ ਸਹਿਜ ਵਿੱਚ ਜਾਂਦਾ ਨਹੀਂ ਉਹ ਨਹੀਂ ਮੰਨਦਾ। ਸੋ ਇਸ ਵਾਸਤੇ ਹੁਣ ਇਹ ਆਪਾਂ ਜਿੰਨਾ ਸਹਿਜ ਵਿੱਚ ਜਾਵਾਂਗੇ ਜੀ ਓਨਾ ਹੀ ਆਪਣਾ ਇਹ ਖੁਦ ਦਾ ਅਨੁਭਵ ਹੋਏਗਾ, ਤੇ ਓਨਾ ਹੀ ਆਪਣਾ ਜਿਹੜਾ ਮਨ ਹੈ ਉਹ ਮੰਨੇਗਾ ਸਹਿਜ ਵਿੱਚ। ਠੀਕ ਹੈ, ਸੋ ਇਹ ਠੀਕ ਚੱਲ ਰਿਹਾ ਜੀ ਵੀ ਇਹ ਜਿਹੜੇ ਆਪਾਂ ਨੂੰ ਸ਼ਬਦ ਸੁਣਦੇ ਵੀ ਠੀਕ ਨੇ,
ਤੇ ਜਿਹੜਾ ਸਾਨੂੰ ਮਹਿਸੂਸ ਹੋ ਰਿਹਾ ਵੀ ਸਿਰ ਦੇ ਉੱਤੇ ਹੱਥ ਉਹ ਆਪਣੇ ਮਾਲਕ ਸਭ ਦੇ ਸਿਰ ਦੇ ਉੱਪਰ ਹੀ ਬੈਠਾ ਹੈ, ਸਾਡੇ ਸਾਰਿਆਂ ਦੇ ਸਿਰਾਂ ਦਾ ਸਾਈਂ ਹੈ, ਸਾਡਾ ਸਾਰਿਆਂ ਦਾ ਪਤੀ ਪਰਮੇਸ਼ਰ। ਸੋ ਇਸ ਵਾਸਤੇ ਵੀ ਇਹ ਕਿਰਪਾ ਮਹਾਰਾਜ ਦੀ ਠੀਕ ਚੱਲ ਰਹੀ ਹੈ ਜੀ। ਸੋ ਸਮੇਂ ਦੀ ਸਮਾਪਤੀ ਹੈ ਜੀ। ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਜੀ ਸਾਡੀ